हेलो एवरीवन, वेलकम और वेलकम बैक टू माय चैनल। सब तो पहला आई एम रियली सॉरी फॉर द डिले। सो ਆਪਾਂ ਆਪਣੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹਾਂ, ਪੋਲੀਟੀਕਲ ਸੋਸ਼ਲਾਈਜੇਸ਼ਨ। ਐਂਡ ਫਸਟ ਆਫ ਆਲ, ਇਨ ਕੇਸ ਜਿੱਦਾਂ ਮੇਰੀ ਵੀਡੀਓ ਜਿਸ ਦਿਨ ਨਹੀਂ ਆਏਗੀ, ਆਈ ਵਿਲ ਮੇਕ ਅ ਟੈਸਟ ਪੇਪਰ ਫॉर ਯੂ ਐਂਡ ਮੈਂ ਉਹ डाल दिया करूँगी सो दैट ਤੁਹਾਡੀ ਰਿਵੀਜ਼ਨ ਸੀਰੀਜ਼ ਮਿਸ ਆਊਟ ਨਾ ਹੋ ਜਾਣ, ਕਿਸੇ ਵੀ ਤਰੀਕੇ ਨਾਲ ਅਸੀਂ ਲੈਕ ਨਾ ਕਰ ਜਾਈਏ। ਆਪਾਂ ਆਪਣੀ ਸੀਰੀਜ਼ ਨੂੰ ਕੰਟੀਨਿਊ ਰੱਖਣਾ ਹੈ ਤੇ ਤੁਸੀਂ ਟੈਸਟ ਪੇਪਰ ਸੋਲਵ ਕਰਕੇ फस्ट ऑफ ऑल मैं मेनली ईजी डालूंगी सो दैट तुहाडा बेस बन जाए। तो जो वो कंप्लीट हो गए दैन यू हैव टू टेल मी हाउ मच यू हैव स्कोर्ड और इधर कितने प्रॉब्लम आई वो दस दो। एंड इफ़ यू हैव राइट एनी क्वेश्चन मेनली मैं नॉर्मल वर्ड्स ही डालूंगी। जे इन केस सानू प्रॉब्लम आ जाए तो तुसी वो क्वेश्चन अपना कमेंट्स लिख दो, आई विल चैक इट और आंसर यू। ठीक है, सो आप स्टार्ट करते हैं पोलीटिकल सोशलाइजेशन। हुण ये चैप्टर बारे तुसीं पहला सुन लो कि कितना इंपॉर्टेंट है। ਇਹਦੇ ਵਿੱਚੋਂ 8 ਮਾਰਕਸ ਦੇ ਕੁਐਸਚਨ ਆਉਂਦੇ ਆ, ਇਹਦੇ ਵਿੱਚੋਂ 5 ਮਾਰਕਸ ਦੇ ਕੁਐਸਚਨ ਆਉਂਦੇ ਆ, ਇਹਦੇ ਵਿੱਚ MCQs ਆਉਂਦੇ ਆ। मतलब कि ਇਹ ਚੈਪਟਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਐਂਡ ਮੋਰ ਓਵਰ ਇਹ ਚੈਪਟਰ ਬਹੁਤ ਈਜ਼ੀ ਆ। मतलब ਤੁਹਾਨੂੰ ਬਸ ਇਹਨੂੰ ਇੱਕ ਵਾਰੀ ਸੁਣਨਾ ਹੈ, ਦੈਨ 8 ਮਾਰਕਸ ਜਿਹੜਾ ਕੁਐਸਚਨ ਹੁੰਦਾ ਨਾ ਉਹ ਤੁਸੀਂ ਆਪਣੇ ਕੋਲੋਂ ਲਿਖ ਲੈਣਾ। ਐਂਡ ਇਹਦੇ ਵਾਸਤੇ ਆਈ ਰਿਕੁਐਸਟ ਯੂ ਇੱਕ ਨੋਟਬੁੱਕ ਰੱਖ ਲਓ। मैं तुहानूं इस बुक च इंपॉर्टेंट वर्ड्स कुछ इंपॉर्टेंट लाइन्स दसांगी और राइट डाउन कर लिओ। ठीक है, की पॉइंट्स लिखने हैं बस। ठीक है, एक माइंड मैप वांगू तो तुहानूं याद हो जाएंगे। बिकॉज मैं भी अपने टाइम च माइंड मैप्स बनाए सी, की टर्म्स लिखी हुई सी कि आप ये वर्ड जरूर ही राइट डाउन करना है। ठीक है, सो लैट्स गेट स्टार्टेड। हुण पॉलीटिकल सोशलाइजेशन राजनीतिक समाजीकरण बोलते हैं आपां नूं। ठीक है, हुण एज यू नो मैं सब तो पहले की करती हुंदी हां, टाइटल समझानी हुंदी कि टाइटल की है। सो पॉलीटिकल सोशलाइजेशन समाजीकरण ਦੇ ਵਿੱਚੋਂ ਹੀ ਤੁਹਾਨੂੰ ਸਮਝ ਆ ਰਿਹਾ ਕਿ ਇਹ ਵਰਡ ਜਿਹੜਾ ਸਮਾਜ ਨਾਲ ਜੁੜਿਆ ਹੋਇਆ ਹੈ। ਸੋ ਦੈਟਸ ਟਰੂ, ਇਹ ਜਿਹੜਾ ਵਰਡ ਹੈ, ਇਹ ਜਿਹੜੀ ਕਨਸੈਪਟ ਹੈ, ਇਹ ਸੋਸ਼ੋਲੋਜੀ ਦੇ ਵਿੱਚੋਂ ਹੀ ਲਿਆ ਗਿਆ ਹੈ। ਠੀਕ ਹੈ, ਸੋ ਹੁਣ ਸਮਾਜੀਕਰਨ ਹੈ ਕਿ ਸਮਾਜ ਦੇ ਵਿੱਚ ਵਿਚਰਨਾ, ਸਮਾਜ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਇਸ ਸੋਸ਼ਲਾਈਜੇਸ਼ਨ ਇਨ ਸਿੰਪਲ ਵਰਡਸ। ठीक है, तो जे आप बुकिश लैंगुएज में बोलीए अपने जेडे ਆਪਾਂ ਕਹੀਏ कि अपने आप ਨੂੰ ਐਡਜਸਟ ਕਰਨਾ सोशल वैल्यूज़ ਦੇ ਅਕੋਰਡਿੰਗ। ठीक है, समाज ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ, ਉਹਦੀ सोशल वैल्यूज़ ਨੂੰ ਚੇਂਜ ਕਰਨਾ, ਡੈਟ ਇਜ਼ सोशलाइजेशन। ਹੁਣ सोशल वैल्यूज़ ਕਿਹੜੀਆਂ ਮੈਮ ਚੇਂਜ ਕਰਨੀਆਂ ਆਪਾਂ? ਦੇਖੋ, ਜਦੋਂ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ 'ਚ ਟਰੈਵਲ ਕਰਦੇ ਹੋ, ਆਈ ਐਮ ਰੀਅਲੀ ਸੌਰੀ, ਟਰੈਵਲ ਕਰਦੇ ਹੋ। ਠੀਕ ਹੈ, ਜਾਂ ਫਿਰ ਤੁਸੀਂ ਇੱਕ ਸਟੇਟ 'ਚੋਂ ਦੂਜੀ ਸਟੇਟ 'ਚ ਜਾਂਦੇ ਹੋ। ਠੀਕ ਹੈ, ਲੈਟਸ ਸੇ ਮੈਂ ਨਾਰਥ ਇੰਡੀਆ 'ਚੋਂ ਸਾਊਥ ਇੰਡੀਆ 'ਚ ਜਾ ਰਹੀ ਹਾਂ। ਠੀਕ ਹੈ, ਹੁਣ ਮੈਂ ਉੱਥੋਂ ਦੇ ਕਲਚਰ ਨਾਲ ਆਪਣੇ ਆਪ ਨੂੰ ਚੇਂਜ ਕੀਤਾ, ਉੱਥੇ ਜਾ ਕੇ ਮੈਂ ਉੱਥੋਂ ਦੇ ਏਰੀਏ ਦੇ ਨਾਲ ਆਪਣੇ ਆਪ ਨੂੰ ਐਡਜਸਟ ਕੀਤਾ, ਡੈਟ ਇਜ਼ ਸੋਸ਼ਲਾਈਜੇਸ਼ਨ। ਠੀਕ ਹੈ, ਹੁਣ ਪੋਲੀਟੀਕਲ ਸੋਸ਼ਲਾਈਜੇਸ਼ਨ ਕੀ ਹੋਈ ਮੈਮ? ਰਾਜਨੀਤਿਕ ਸਮਾਜੀਕਰਨ। ਹੁਣ ਇਹਦੇ ਵਿੱਚ ਆਪਾਂ ਰਾਜਨੀਤੀ ਨਾਲ ਆਪਣੇ ਆਪ ਨੂੰ ਚੇਂਜ ਕਰਨਾ। ਹੁਣ ਰਾਜਨੀਤੀ ਨਾਲ ਕਿਵੇਂ ਚੇਂਜ ਹੁੰਦਾ? ਲੈਟ ਮੀ ਐਕਸਪਲੇਨ ਯੂ। ਦੇਖੋ, ਸੇਮ ਐਗਜ਼ਾਮਪਲ ਨਹੀਂ ਮੈਂ ਤੁਹਾਨੂੰ ਸਮਝਾਉਂਗੀ। ਠੀਕ ਹੈ, ਮੈਂ ਇੱਕ ਸਟੇਟ 'ਚੋਂ ਦੂਜੀ ਸਟੇਟ 'ਚ ਗਈ, ਇੱਕ ਕੰਟਰੀ 'ਚੋਂ ਦੂਜੀ ਕੰਟਰੀ 'ਚ ਗਈ। ਸਭ ਤੋਂ ਪਹਿਲੇ ਕੰਟਰੀ ਨੇ ਐਕਸਪਲੇਨ ਕਰਨੀ ਹੈ। ਹੁਣ ਜਿਹੜੀ ਕੰਟਰੀ 'ਚ ਮੈਂ ਰਹਿ ਰਹੀ ਹਾਂ, ਡੈਟ ਇਜ਼ ਇੰਡੀਆ, ਉਹ 'ਚ ਡੈਮੋਕ੍ਰੇਸੀ ਚੱਲਦੀ ਪਈ ਹੈ। ਠੀਕ ਹੈ, ਮੈਨੂੰ ਫੁੱਲ ਰਾਈਟ ਹੈ, ਫੁੱਲ ਫਰੀਡਮ ਹੈ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ। ਹੁਣ ਮੈਂ ਉੱਥੇ ਕਿਸੇ ਡਿਕਟੇਟਰ ਜਾਂ ਮਨਾਰਕੀ ਵਾਲੀ ਕੰਟਰੀ ਚੱਲ ਜਾ, ਮੈਨੂੰ ਉੱਥੇ ਕੋਈ ਪ੍ਰੋਬਲਮ ਆ ਜਾਏ, ਮੈਨੂੰ ਕੋਈ ਵੀ ਉੱਥੇ ਐਨੀ ਕਾਈਂਡ ਆਫ ਇਸ਼ੂ ਆ ਜਾਏ। ਠੀਕ ਹੈ, ਐਂਡ ਸਭ ਤੋਂ ਮੇਨ ਪ੍ਰੋਬਲਮ ਕਿ ਜਿੱਦਾਂ ਅੱਜ ਕੱਲ੍ਹ ਸੋਸ਼ਲ ਆਪਾਂ ਰਹਿੰਦੇ ਹਾਂ, ਟੈਕਨੋਲੋਜੀ ਦਾ ਹੈ ਨਾ ਪੂਰਾ ਐਰਾ ਹੈ। ਸੋ ਆਪਾਂ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ ਆਪਾਂ ਔਨਲਾਈਨ ਸ਼ੇਅਰ ਕਰ ਦਿੰਦੇ ਹਾਂ। ਠੀਕ ਹੈ, ਸੋਸ਼ਲ ਮੀਡੀਆ ਉੱਪਰ, ਬਟ ਉੱਥੇ ਉਹ ਵੀ ਨਾ ਹੋਵੇ। ਸੋ ਮੈਂ ਆਪਣੇ ਆਪ ਨੂੰ ਉਹਨਾਂ ਦੇ ਰੂਲਸ ਦੇ ਨਾਲ ਐਡਜਸਟ ਕਰ ਲਿਆ ਇਨ ਸਿੰਪਲ ਵਰਡਸ। ਠੀਕ ਹੈ, ਮੈਂ ਤਾਂ ਉਹਨਾਂ ਨੂੰ ਉਹਨਾਂ ਦੇ ਰੂਲਸ ਦੇ ਨਾਲ, ਉਹਨਾਂ ਦੇ ਲਾਜ਼ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਲਿਆ। ਠੀਕ ਹੈ, ਸੋ ਬਟ ਮੈਂ ਜੇ ਇੰਡੀਆ 'ਚ ਹਾਂ ਤਾਂ ਮੈਂ ਜਿਹੜੇ ਮੇਰੇ ਕੋਲ ਰਾਈਟਸ ਆ ਮੈਂ ਯੂਜ਼ ਕਰੂੰਗੀ, ਬਟ ਉੱਥੇ ਮੇਰੇ ਕੋਲ ਰਾਈਟ ਨਹੀਂ ਆ। ਸੋ ਮੈਂ ਉਹਨੂੰ ਆਪਣੇ ਆਪ ਨੂੰ ਐਡਜਸਟ ਕਰ ਲਿਆ, ਡੈਟ ਇਜ਼ ਪੋਲੀਟੀਕਲ ਸੋਸ਼ਲਾਈਜੇਸ਼ਨ। ਯਾਨੀ ਕਿ ਤੁਸੀਂ ਇੱਕ ਪਰਟੀਕੂਲਰ ਪੋਲੀਟੀਕਲ ਕਲਚਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਐਡਜਸਟ ਕਰ ਲਿਆ। ਠੀਕ ਹੈ, ਹੁਣ ਇਹ ਪੋਲੀਟੀਕਲ ਸੋਸ਼ਲਾਈਜੇਸ਼ਨ ਇਹ ਸਿਰਫ ਇੱਥੋਂ ਤੱਕ ਸੀਮਿਤ ਨਹੀਂ ਹੈ। ਠੀਕ, ਇਟ ਇਜ਼ ਅ ਬਰੀਫ ਇੰਟਰੋਡਕਸ਼ਨ ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰ ਰਹੀ ਹਾਂ। ਜੇ ਤੁਸੀਂ ਇਹ ਸੁਣ ਲਈ ਨਾ, ਤੁਹਾਨੂੰ ਸਾਰੇ ਚੈਪਟਰ ਜਿੱਥੇ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਸਾਰਾ ਸਮਝ ਆ ਜਾਣਾ ਕਿ ਆਪਾਂ ਕਿੱਥੋਂ ਗੱਲ ਕਰਦੇ ਪਏ ਹਾਂ। ਠੀਕ ਹੈ, ਕਨਫਿਊਜ਼ਨ ਹੀ ਹੋਊਗੀ, ਇਹ ਸਕਿਪ ਨਹੀਂ ਕਰਨੀ। ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਪੋਲੀਟੀਕਲ ਸੋਸ਼ਲਾਈਜੇਸ਼ਨ ਕਿੱਥੋਂ ਤੱਕ ਸੀਮਿਤ ਆ। ਇਹ ਏਜ ਟੂ ਏਜ ਨਹੀਂ ਹੈ ਕਿ ਮਤਲਬ ਆਪਾਂ ਕਹੀਏ ਕਿ ਇਸ ਏਜ 'ਚ ਬੰਦਾ ਸੋਸ਼ਲਾਈਜੇਸ਼ਨ ਉਹਦੇ ਵਿੱਚ ਆਉਂਦੀ ਹੈ ਜਾਂ ਉਹ ਆਪਣੇ
ਵਿਊਜ਼ ਚੇਂਜ ਕਰਦਾ ਹੈ। ਦਿਸ ਇਜ਼ ਨਾਟ ਦੈਟ, ਇਹ ਇੱਕ ਕੰਟੀਨਿਊਸ ਪ੍ਰੋਸੈਸ ਆ। ਦੇਖੋ ਇਫ ਅ ਨਿਊ ਬੋਰਨ ਜਾਂ ਨਿਊ ਬੋਰਨ ਹੀ ਆਪਾਂ ਕਹਾਂਗੇ, ਇੱਕ ਯੰਗ ਚਾਈਲਡ ਹੈ, ਠੀਕ ਹੈ, ਅਰਾਊਂਡ 5 to 6 ਈਅਰਸ ਆਪਾਂ ਲੈ ਲੈਂਦੇ ਹਾਂ, ਠੀਕ ਹੈ, ਉਹ ਚਾਈਲਡ ਹੈ। ਹੁਣ ਉਹ ਉਹਦੇ ਪੋਲੀਟੀਕਲ ਬਿਲੀਵਸ ਕਿੱਦਾਂ ਬਣਨਗੇ, ਉਹ ਪੋਲੀਟੀਕਲ ਐਟੀਟਿਊਡਸ ਕਿਵੇਂ ਬਣਨਗੇ? ਸਭ ਤੋਂ ਮੇਨ ਥਿੰਗ ਆ ਉਹਦੀ ਫੈਮਿਲੀ 'ਚੋਂ। ਹੁਣ ਫੈਮਿਲੀ 'ਚੋਂ ਕਿਵੇਂ ਮੈਮ? ਦੇਖੋ ਇੱਕ ਜਿਹੜਾ ਬੱਚਾ ਹੁੰਦਾ ਉਹ ਇਮੀਟੇਟ ਕਰਕੇ ਸਿੱਖਦਾ, ਠੀਕ ਹੈ। ਇਹ ਵਰਡ ਤੁਸੀਂ ਜਦੋਂ ਫੈਮਿਲੀ ਦਾ ਰੋਲ ਪੁੱਛਣਗੇ ਨਾ ਸੋਸ਼ਲਾਈਜੇਸ਼ਨ ਵਿੱਚ, ਉਹਦੇ ਵਿੱਚ ਤੁਸੀਂ ਦੇਖੋਗੇ ਜਦੋਂ ਤੁਸੀਂ ਇੱਕ ਬੱਚਾ ਹੈ ਉਹ ਆਪਣੇ ਹਰਕਤਾਂ ਨਹੀਂ ਆਪਾਂ ਕਹਾਂਗੇ, ਜਿੱਦਾਂ ਆਪਣੀ ਹਰ ਇੱਕ ਮੂਵਮੈਂਟ ਇਮੀਟੇਟ ਕਰਕੇ ਸਿੱਖਦਾ ਹੈ। ਚੱਲਣਾ ਇਮੀਟੇਟ ਮਤਲਬ ਕਿਸੇ ਨੂੰ ਦੇਖ ਕੇ ਕਰਨਾ, ਠੀਕ ਹੈ। ਹੁਣ ਉੱਥੇ ਇਲੈਕਸ਼ਨਸ ਦੇ ਟਾਈਮ ਆਪਾਂ ਕਹਿ ਲਈਏ ਛੋਟੇ ਛੋਟੇ ਬੱਚੇ ਯੂਲ ਸੀ ਕਿ ਉਹ ਇੱਕ ਪਰਟੀਕੂਲਰ ਨਾਰਾ ਲਗਾ ਰਹੇ ਆ ਡੈਟ ਇਜ਼ ਵੈਰੀ ਫੇਮਸ। ਹੁਣ ਉਹਨਾਂ ਨੂੰ ਕਿੱਦਾਂ ਪਤਾ ਕਿ ਇਹ ਪੋਲੀਟੀਕਲ ਪਾਰਟੀ ਦਾ? ਦੇ ਹੈਵ ਸੀਨ ਇਨ ਦੇਅਰ ਸਰਾਊਂਡਿੰਗ, ਦੇ ਹੈਵ ਸੀਨ ਇਨ ਦੇਅਰ ਫੈਮਿਲੀ, ਦੇ ਹੈਵ ਸੀਨ ਇਨ ਦ ਟੈਲੀਵਿਜ਼ਨਸ। ਸੋ ਇਸ ਤਰ੍ਹਾਂ ਇੱਕ ਛੋਟੇ ਬੱਚੇ ਦਾ ਪੋਲੀਟੀਕਲ ਸੋਸ਼ਲਾਈਜੇਸ਼ਨ ਹੋਇਆ। ਹੁਣ ਜਦੋਂ ਉਹੀ ਬੱਚਾ ਯੰਗ ਹੋ ਜਾਂਦਾ ਹੈ, ਮਤਲਬ ਕਿ ਆਪਾਂ ਕਹੀਏ 18 to 19 ਈਅਰਸ ਵਿੱਚ ਆ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਹੈ 18 to 19 ਨਹੀਂ, ਆਪਾਂ 13 14 ਲੈ ਲੈਂਦੇ ਹਾਂ, ਠੀਕ ਹੈ। ਹੁਣ ਉਹਨੂੰ ਪਤਾ ਲੱਗ ਗਿਆ ਕਿ ਅੱਛਾ ਇਹ ਪਾਰਟੀ ਅੱਛੀ ਹੈ, ਇਹ ਪਾਰਟੀ ਨਹੀਂ ਸਹੀ ਕੰਮ ਕਰ ਰਹੀ। ਹੁਣ ਉਹਦਾ ਫੇਰ ਫਾਰਮੇਸ਼ਨ ਹੋਇਆ, ਉਹਦੀ ਐਸਟੈਬਲਿਸ਼ਮੈਂਟ ਹੋਈ ਉਹਦੇ ਪੋਲੀਟੀਕਲ ਬਿਲੀਵਸ ਦੀ, ਐਟੀਟਿਊਡ ਸੀ। ਹੁਣ ਉਹ ਆਪਣੇ ਪੇਰੈਂਟਸ ਨੂੰ ਕਹਿੰਦਾ ਪਾਪਾ ਇਹ ਪਾਰਟੀ ਨਹੀਂ ਸਹੀ, ਇਹ ਵਾਲੀ ਸਹੀ ਹੈ। ਹਾਓ? ਕਿਉਂਕਿ ਉਹਨੇ ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਤੋਂ, ਆਪਣੀ ਬੁੱਕਸ ਦੇ ਵਿੱਚੋਂ, ਆਪਣੇ ਫਰੈਂਡ ਸਰਕਲ ਦੇ ਵਿੱਚੋਂ ਵੇਖਿਆ ਕਿ ਇਸ ਪਾਰਟੀ 'ਚ ਡਿਸਕੁਆਲਿਟੀਜ਼ ਵੀ ਹੈਗੀਆਂ ਨੇ, ਇਹ ਆਪਣਾ ਵਰਕ ਪ੍ਰੋਪਰਲੀ ਨਹੀਂ ਕਰ ਰਹੀ। ਸੋ ਫਿਰ ਪੋਲੀਟੀਕਲ ਸੋਸ਼ਲਾਈਜੇਸ਼ਨ ਹੋਇਆ। ਜੇ ਆਪਾਂ ਕਹੀਏ ਉਹ 18 to 19 ਦੇ ਵਿੱਚ ਆਇਆ ਵੇਅਰ ਹੀ ਹੈਜ਼ ਟੂ ਇਲੈਕਟ ਔਰ ਵੋਟ ਸਮਵਨ। ਸੋ at that point he again changes his view, he again changes his beliefs, he again changes his political attitude towards a particular party. So in that way 18 to 19 ਈਅਰਸ ਦੇ ਜੋ ਤੁਸੀਂ ਹੁੰਦੇ ਤੁਹਾਡਾ ਪੋਲੀਟੀਕਲ ਬਿਲੀਫ ਫਿਰ ਚੇਂਜ ਹੋ ਗਿਆ, ਠੀਕ ਹੈ। ਸੋ ਇਨ that way, in that similar way ਕੰਟੀਨਿਊਸ ਪ੍ਰੋਸੈਸ ਆ ਜਿਹਦੇ ਥਰੂ ਪੋਲੀਟੀਕਲ ਸੋਸ਼ਲਾਈਜੇਸ਼ਨ ਹੁੰਦਾ ਹੈ, ਠੀਕ ਹੈ। ਸੋ ਹੁਣ ਆਪਾਂ ਇਹਦੀ ਪ੍ਰੋਪਰ ਪੜ੍ਹਦੇ ਹਾਂ, ਠੀਕ ਹੈ, ਡੈਫੀਨੇਸ਼ਨਸ ਵਗੈਰਾ। ਸਭ ਤੋਂ ਪਹਿਲਾਂ ਦ ਫਸਟ ਵਨ ਯੂ ਹੈਵ ਟੂ ਰਾਈਟ ਇਨ ਯੂਰ ਨੋਟਬੁੱਕਸ ਇਜ਼ ਦਿਸ ਵਨ। ਇਹਦੇ ਦਿਸ ਦੀ ਜਗ੍ਹਾ ਦ ਕਰ ਲਓ। ਦ ਪ੍ਰੋਸੈਸ ਆਫ ਐਡਜਸਟਮੈਂਟ ਬਾਏ ਵਿਚ in the individual adopts himself with the changing conditions, yeah, the process of adjustment according to the changing social values is called socialization. ਇਹ ਹੋ ਗਈ ਤੁਹਾਡੀ socialization ਦੀ definition, ਠੀਕ ਹੈ। ਸੋ ਹੁਣ ਪੋਲੀਟੀਕਲ ਦੇ ਵਿੱਚ ਕਿੱਦਾਂ ਵਾ ਸੇਮ ਗੱਲ ਆ ਗਈ। ਹੁਣ ਜਿੱਥੇ ਤੁਸੀਂ ਐਡਜਸਟਮੈਂਟ ਅਕੋਰਡਿੰਗ ਟੂ ਚੇਂਜਿੰਗ ਸੋਸ਼ਲ ਵੈਲਿਊਜ਼ ਲਿਖਿਆ ਨਾ, ਉੱਥੇ ਤੁਸੀਂ ਲਿਖ ਸਕਦੇ ਹੋ ਅਕੋਰਡਿੰਗ ਟੂ ਦ ਲਾਜ਼ ਐਂਡ ਬਿਲੀਫ ਆਫ ਅ ਪਰਟੀਕੂਲਰ ਪੋਲੀਟੀਕਲ ਕਲਚਰ, ਜਾਂ ਤੁਸੀਂ ਲਿਖ ਸਕਦੇ ਹੋ ਦ ਪ੍ਰੋਸੈਸ ਆਫ ਐਡਜਸਟਮੈਂਟ ਆਫ ਸੇਮ, ਹਾਂ, ਐਡਜਸਟਮੈਂਟ ਆਫ ਦ ਇੰਡੀਵਿਜੂਅਲ, sorry, the process of adjustments according to the changing political attitude, belief, values of a particular political culture, ਠੀਕ ਹੈ। ਹੁਣ ਦੇਖੋ ਪੋਲੀਟੀਕਲ ਕਲਚਰ ਇੱਕ ਵਰਡ ਆਇਆ, ਹੁਣ ਇਹ ਤੇ ਤੁਹਾਡਾ ਇੱਕ ਹੋਰ ਚੈਪਟਰ ਹੈਗਾ ਦੈਟ ਇਜ਼ ਥਰਡ ਚੈਪਟਰ। ਹੁਣ ਪੋਲੀਟੀਕਲ ਕਲਚਰ ਕੀ ਹੈ, ਆਪਾਂ ਇਹ 'ਚ ਕਨਫਿਊਜ਼ ਨਹੀਂ ਹੋਣਾ। ਪੋਲੀਟੀਕਲ ਕਲਚਰ ਰਾਈਟ ਨਾਓ ਵੀ ਵਿਲ ਥਿੰਕ ਇਨ ਦ ਸੈਂਸ ਕਿ ਆਪਾਂ ਹੁਣ ਇਹਨੂੰ ਸਮਝ ਕੇ ਰੱਖਾਂਗੇ ਕਿ ਇੱਕ ਪੋਲੀਟੀਕਲ ਸਰਾਊਂਡਿੰਗ ਆਫ, ਠੀਕ ਹੈ, ਉਹ ਸਮਝਾਂਗੇ ਆਪਾਂ। ਫਿਰ ਪੋਲੀਟੀਕਲ ਕਲਚਰ ਕੀ ਹੁੰਦਾ ਉਹ ਵੀ ਤੁਹਾਨੂੰ ਨੈਕਸਟ ਚੈਪਟਰ 'ਚ ਪਤਾ ਲੱਗ ਜਾਏਗਾ। ਜੇ ਮੈਂ ਹੁਣੇ ਐਕਸਪਲੇਨ ਕੀਤਾ, ਮੈਂ ਤੁਹਾਨੂੰ ਪਹਿਲਾਂ ਪੋਲੀਟੀਕਲ ਸੋਸ਼ਲਾਈਜੇਸ਼ਨ ਵਾਲੇ ਪਿਛਲੇ ਚੈਪਟਰ 'ਚ ਕਿਹਾ ਸੀ ਕਿ ਤੁਸੀਂ ਕਨਫਿਊਜ਼ ਹੋ ਜਾਣਾ। ਸੋ ਡੈਟਸ ਵਾਈ ਹੌਲੀ ਹੌਲੀ ਤੁਹਾਨੂੰ ਸਾਰਾ ਸਮਝ ਆ ਜਾਏਗਾ, ਠੀਕ ਹੈ। ਸੋ ਇਹ ਹੋ ਗਿਆ। ਇਹ ਹਾਈਲਾਈਟਡ ਵਾਲਾ ਵੀ ਪਲੀਜ਼ ਰਾਈਟ ਡਾਊਨ ਕਰ ਲਿਓ। ਆਪ ਦਾ ਪ੍ਰੋਸੈਸ ਜਿੱਥੇ ਅੰਡਰਲਾਈਨ ਹੋਇਆ ਨਾ ਪੈਨਸਿਲ ਵਾਲਾ, ਉੱਥੋਂ ਦਾ ਪ੍ਰੋਸੈਸ ਤੋਂ ਲੈ ਕੇ ਪੋਲੀਟੀਕਲ ਕਲਚਰ ਤੱਕ ਬਹੁਤ ਇੰਪੋਰਟੈਂਟ ਲਾਈਨ ਆ, ਤੁਹਾਨੂੰ ਬਹੁਤ ਹੈਲਪਫੁਲ ਹੋਣ ਵਾਲੀ ਹੈ। ਸੋ ਹੁਣ ਮੀਨਿੰਗ ਦੇ ਡੈਫੀਨੇਸ਼ਨਸ। ਸੋ ਮੇਰਾ ਇੱਕ ਕੁਐਸਚਨ ਆ, ਆਈ ਨੋ ਤੁਹਾਡੇ ਮਾਈਂਡ 'ਚ ਵੀ ਰਾਈਜ਼ ਹੋਊਗਾ ਕਿ ਸਾਨੂੰ ਇਹ ਸਕਾਲਰਸ ਦੀ ਡੈਫੀਨੇਸ਼ਨ ਲਿਖਣ ਦਾ ਫਾਇਦਾ ਕੀ ਹੈ। ਦੇਖੋ ਜਦੋਂ ਤੁਹਾਡੀ ਪ੍ਰੈਜੈਂਟੇਸ਼ਨ ਚੈੱਕ ਹੁੰਦੀ, ਪ੍ਰੈਜੈਂਟੇਸ਼ਨ ਚੈੱਕ ਨਹੀਂ ਆਪਾਂ ਕਵਾਂਗੇ, ਜਦੋਂ ਤੁਹਾਡਾ ਕੁਐਸਚਨ ਆਪਾਂ ਆਨਸਰ ਰੀਡ ਆਊਟ ਕਰਦੇ ਨੇ ਇੱਕ ਪਰਟੀਕੂਲਰ ਟੀਚਰ, ਦ ਮੇਨ ਥਿੰਗ ਫॉर ਗਿਵਿੰਗ ਯੂ ਫੁੱਲ ਮਾਰਕਸ, ਉਹ ਦੇਖੂਗਾ ਕਿ ਤੁਸੀਂ ਬਾਕੀ ਬੱਚਿਆਂ ਨਾਲੋਂ ਐਕਸਟਰਾਆਰਡੀਨਰੀ ਕੀਤਾ ਕੀ ਹੈ, ਤੁਹਾਡੇ ਆਨਸਰ ਵਿੱਚ ਯੂਨੀਕਨੈਸ ਕੀ ਹੈ। ਸੋ ਯੂ ਹੈਵ ਟੂ ਰਾਈਟ ਸਿਰਫ 2, ਠੀਕ ਹੈ, ਜੇ ਲੌਂਗ ਕੁਐਸਚਨ ਆ। ਵੈਸੇ ਤਾਂ 2 ਨੰਬਰਸ ਜਿੱਦਾਂ ਸੈਪਟੰਬਰ ਟਰਮ ਵੈਨ ਆਈ ਹੈਵ ਗਿਵਨ ਦ ਪੇਪਰ, ਆਈ ਹੈਵ ਗਿਵਨ ਦ ਐਗਜ਼ਾਮ
ऑफ माई 12th बोर्ड इन 2026 ਰੀਸੈਂਟਲੀ। ਸੋ ਉਹਦੇ ਵਿੱਚ ਮੈਨੂੰ ਸੈਪਟੈਂਬਰ ਟਰਮ 'ਚ ਕੁਐਸਚਨ ਆਇਆ ਸੀ ਕਿ 2 ਆਪਣੇ ਸਕੋਲਰਸ ਆ ਉਹਨਾਂ ਦੀ ਡੈਫੀਨੇਸ਼ਨ ਦਿਓ ਪੋਲੀਟੀਕਲ ਸੋਸ਼ਲਾਈਜੇਸ਼ਨ ਦੀ। ਸੋ ਆਈ ਹੈਵ ਜੋ ਮੈਂ ਪ੍ਰੈਫਰ ਕੀਤੀ ਸੀ ਉਸ ਟਾਈਮ 'ਚ, ਜੋ ਮੈਂ ਯਾਦ ਕੀਤੀ ਸੀ ਉਹ ਸੀ ਐਲਨ ਆਰਬੋਲ, ਡੇਵਿਡ ਈਸਟਨ, ਆਸਟਿਨ ਰੈਨੀ। ਹੁਣ ਇਹ ਤਿੰਨੇ ਕਿਉਂ ਆ ਤੁਹਾਡੇ ਦਿਮਾਗ 'ਚ ਕੁਐਸਚਨ ਆਇਆ? ਦੇਖੋ ਇਹਨਾਂ ਤਿੰਨਾਂ ਦੀ ਡੈਫੀਨੇਸ਼ਨਸ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਨੇ, ਠੀਕ ਹੈ, ਈਜ਼ੀ ਨੇ, ਡੈਟਸ ਵਾਈ 3 ਤੇ ਯਾਦ ਕਰਨੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਬੋਲਿਆ ਕਿ 3 ਤੇ ਤੁਸੀਂ ਯਾਦ ਕਰਨੀ ਹੈ ਕਿ ਤੁਹਾਨੂੰ ਇਹ 2 ਤੇ ਯਾਦ ਰਹਿਣਗੇ ਨੇ ਕਮ ਸੇ ਕਮ। ਸੋ ਐਲਨ ਆਰਬੋਲ ਕੀ ਕਹਿੰਦੇ ਨੇ ਕਿ ਪੋਲੀਟੀਕਲ ਸੋਸ਼ਲਾਈਜੇਸ਼ਨ ਇਸਟੈਬਲਿਸ਼ਮੈਂਟ ਆ ਤੇ ਡਿਵੈਲਪਮੈਂਟ ਆ ਤੁਹਾਡੇ ਐਟੀਟਿਊਡ ਤੇ ਬਲੀਫ ਮਤਲਬ ਜੋ ਤੁਸੀਂ ਮੰਨਦੇ ਹੋ, ਠੀਕ ਹੈ, ਪੋਲੀਟੀਕਲ ਸਿਸਟਮ ਦੇ ਬਾਰੇ, ਉਹਦੇ ਬਾਰੇ, ਠੀਕ ਹੈ। ਆਰਮੰਡ ਪੋਵਲ ਵੀ ਸੇਮ ਗੱਲ ਕਹਿੰਦੇ ਆ ਕਿ ਇਸ ਪ੍ਰੋਸੈਸ ਵਿੱਚ ਪੋਲੀਟੀਕਲ ਕਲਚਰਸ ਜਿਹੜੇ ਨੇ, ਠੀਕ ਹੈ, ਚੇਂਜ ਹੁੰਦੇ ਨੇ ਤੇ ਮੇਨਟੇਨ ਹੁੰਦੇ ਨੇ, ਠੀਕ ਹੈ। ਸੋ ਨੈਕਸਟ ਡੇਵਿਡ ਈਸਟਨ, ਉਹ ਕੀ ਆਉਂਦੇ ਨੇ ਕਿ ਇਹ ਇੱਕ ਡਿਵੈਲਪਮੈਂਟਲ ਪ੍ਰੋਸੈਸ ਆ। ਸੇਮ ਗੱਲ ਜਿਹੜੀ ਐਲਨ ਆਰਬੋਲ ਨੇ ਕਹੀ ਕਿ ਜਿਹਦੇ ਥਰੂ ਇੱਕ ਪਰਸਨ ਜਿਹੜਾ ਵਾ ਉਹ ਪੋਲੀਟੀਕਲੀ ਆਪਣੇ ਆਪ ਨੂੰ ਚੇਂਜ ਕਰਦਾ, ਆਪਣੇ ਬਲੀਫਸ ਨੂੰ ਚੇਂਜ ਕਰਦਾ। ਹੁਣ ਓਰੀਐਂਟੇਸ਼ਨ ਮਤਲਬ ਕਿ ਬਲੀਫਸ ਕਹਿ ਲਓ ਜਾਂ ਓਰੀਐਂਟ ਕਰਦਾ ਆਪਣੇ ਆਪ ਨੂੰ, ਠੀਕ ਹੈ, ਤੇ ਉਹਦਾ ਐਂਡ ਪੈਟਰਨ ਆਫ ਅ ਬਿਹੇਵੀਅਰ ਰਿਗਾਰਡਿੰਗ ਦਾ ਪੋਲੀਟੀਕਲ ਸਿਸਟਮ। ਆਸਟਿਨ ਰੈਨੀ, ਉਹ ਕੀ ਆਉਂਦੇ ਨੇ ਕਿ ਪੋਲੀਟੀਕਲ ਸੋਸ਼ਲਾਈਜੇਸ਼ਨ ਇੱਕ ਜਰਨਲੀ ਮਤਲਬ ਕੀ ਹੈ ਕਿ ਜਿਹੜੇ ਆਰਡੀਨਰੀ ਪੀਪਲ ਆ, ਇੱਕ ਪ੍ਰੋਸੈਸ ਆ ਜਿਹਦੇ ਨਾਲ ਜਿਹੜੇ ਆਰਡੀਨਰੀ ਪੀਪਲ ਆ ਉਹ ਆਪਣੇ ਐਟੀਟਿਊਡ ਜਿਹੜਾ ਪੋਲੀਟੀਕਲ ਸਿਸਟਮ ਦੇ ਰਿਗਾਰਡਿੰਗ ਆ ਉਹਨੂੰ ਚੇਂਜ ਕਰਦੇ ਨੇ, ਠੀਕ ਹੈ। ਨਾਓ ਅ ਕੁਐਸਚਨ ਅਰਾਈਜ਼ਸ, ਹੁਣ ਮੇਰੀ ਬੁੱਕ 'ਚ 3 ਹੈਗੀਆਂ ਤੇ ਮੈਂ ਉਹ 3 ਹੀ ਬੋਲੀਆਂ ਨੇ ਜਿਹੜੀਆਂ ਮੋਸਟਲੀ ਬੱਚਿਆਂ ਦੀ ਬੁੱਕਸ ਦੇ ਵਿੱਚ ਅਵੇਲੇਬਲ ਆ। ਤੁਹਾਡੀ ਬੁੱਕ 'ਚ ਕੋਈ ਹੋਰ ਆ ਗਈ, ਯੂ ਗੈਟ ਕਨਫਿਊਜ਼ਡ ਕਿ ਇਹ ਈਜ਼ੀ ਹੈ ਬਟ ਮੈਨੂੰ ਸਮਝ ਨਹੀਂ ਆ ਰਹੀ। what you have to do, just write down the line, the chapter name and comment down, ਠੀਕ ਹੈ। ਕੋਈ ਵੀ ਚੈਪਟਰ ਦਾ ਹੋਵੇ ਤੁਸੀਂ ਕਮੈਂਟ ਕਰ ਦਿਓ। ਐਜ਼ ਯੂ ਨੋ ਕਮੈਂਟਸ ਦੇ ਵਿੱਚ ਨਿਊ ਫੀਚਰ ਹੈ ਵੌਇਸ ਨੋਟ ਭੇਜਣ ਦੀ, ਸੋ ਉਸ ਦੇ ਥਰੂ ਮੈਂ ਤੁਹਾਨੂੰ ਐਕਸਪਲੇਨ ਕਰ ਦੂੰਗੀ, ਠੀਕ ਹੈ। ਸੋ ਨੈਕਸਟ ਆ ਜਾਓ ਕਨਕਲੂਜਨ ਤੇ। ਹੁਣ ਕਨਕਲੂਜਨ 'ਚ ਜਿਹੜੀ ਮੈਂ ਰੈਡ ਪੈਨ ਨਾਲ ਲਾਈਨ ਅੰਡਰਲਾਈਨ ਕੀਤੀ, ਦੈਟ ਇਜ਼ ਮੋਸਟ ਇੰਪੋਰਟੈਂਟ ਐਂਡ ਦਿਸ ਬੁੱਕ ਵਾਜ਼ ਮਾਈਨ, ਠੀਕ ਹੈ। ਸੋ ਪੋਲੀਟੀਕਲ ਸੋਸ਼ਲਾਈਜੇਸ਼ਨ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਇੱਕ ਇੰਡੀਵਿਜੂਅਲ ਨੌਲੇਜ ਲੈਂਦਾ ਪੋਲੀਟੀਕਲ ਸਿਸਟਮ ਦੀ, ਪੋਲੀਟੀਕਲ ਕੰਡਕਟਸ, ਵੈਲਿਊਜ਼, ਬਲੀਫਸ ਦੀ। ਸੇਮ ਗੱਲ ਆ ਗਈ। ਸੋ ਸਿੰਪਲ ਵਰਡਸ ਵਿੱਚ ਵੀ ਉਹੀ ਗੱਲ ਹੋ ਗਈ ਕਿ ਆਪਣੇ ਆਪ ਨੂੰ ਪੋਲੀਟੀਕਲ ਕਲਚਰ ਦੇ ਨਾਲ ਐਡਜਸਟ ਕਰਨਾ। ਹੁਣ ਮੈਮ ਇੱਥੇ ਇੱਕ ਕਮੈਂਟ ਆ, ਮੈਨੂੰ ਯਾਦ ਨਹੀਂ ਰਹਿਣਾ, ਐਡਜਸਟਮੈਂਟ ਲਿਖ ਲਓ। ਐਡਜਸਟਮੈਂਟ ਨਹੀਂ ਯਾਦ ਰਹਿੰਦਾ, ਓਰੀਐਂਟ ਲਿਖ ਲਓ, ਠੀਕ ਹੈ, ਜੋ ਵੀ ਤੁਹਾਨੂੰ ਈਜ਼ੀ ਲੱਗਦਾ। ਚੇਂਜ ਲਿਖ ਲਓ, ਠੀਕ ਹੈ। ਨੈਕਸਟ ਕਰੈਕਟਰਿਸਟਿਕਸ ਮੈਂ ਇੰਨੇ ਕੁਐਸਚਨ ਇੱਥੇ ਘੱਟ ਹੀ ਦੇਖੇ ਆ। ਜਿਹੜਾ ਮੈਂ ਮੇਨ ਕੁਐਸਚਨ ਜਿਹੜਾ ਮੈਂ ਦੇਖਿਆ ਜਿਹੜਾ ਸਭ ਤੋਂ ਈਜ਼ੀ ਹੈ ਉਹ ਹੈ ਏਜੰਟਸ ਤੇ, ਦੈਟ ਇਜ਼ ਵੈਰੀ ਮੱਚ ਇੰਪੋਰਟੈਂਟ ਕੁਐਸਚਨ, ਠੀਕ ਹੈ। ਸੋ ਇਹ ਵੀ ਇੰਪੋਰਟੈਂਟ ਆ। ਦੇਖੋ ਇਹਦੇ ਵਿੱਚੋਂ ਜਿਹੜੀਆਂ ਮੈਂ ਗੱਲਾਂ ਬੋਲੀਆਂ ਨਾ ਤੁਹਾਨੂੰ, ਉਹ ਸਾਰਾ ਤੁਹਾਨੂੰ ਪਿੱਛੇ ਮੈਂ ਤੁਹਾਨੂੰ ਸਟਾਰਟਿੰਗ 'ਚ ਐਕਸਪਲੇਨ ਕਰ ਦਿੱਤਾ। ਹੁਣ ਤੁਸੀਂ ਪੜ੍ਹੋਗੇ ਨਾ, ਪੌਜ਼ ਕਰਕੇ ਨਾ ਇੱਕ ਵਾਰੀ ਰੀਡ ਆਊਟ ਕਰੋ, ਤੁਹਾਨੂੰ ਸਾਰਾ ਹੀ ਸਮਝ ਆ ਜਾਣਾ ਕਿ ਮੈਮ ਨੇ ਆਹ ਗੱਲ ਸਾਨੂੰ ਪਹਿਲਾਂ ਦੱਸਤੀ ਸੀ, ਠੀਕ ਹੈ। The various definitions given above have one common factor in them, ਜਿਹੜਾ ਕੀ ਹੈ ਪੋਲੀਟੀਕਲ ਸੋਸ਼ਲਾਈਜੇਸ਼ਨ, ਠੀਕ ਹੈ। ਸੋ ਇਸ ਮੈਥਡ ਦੇ ਅਕੋਰਡਿੰਗ ਜਿਹੜੇ ਪੋਲੀਟੀਕਲ ਵਿਊਜ਼ ਆ ਇੱਕ ਸੁਸਾਇਟੀ 'ਚੋਂ ਦੂਜੀ 'ਚ ਜਾਂ ਇੱਕ ਇੰਡੀਵਿਜੂਅਲ 'ਚੋਂ ਦੂਜੀ 'ਚ ਜਾਂਦੇ। ਹੁਣ ਮੈਮ ਇਹ ਕਿੱਦਾਂ ਐਗਜ਼ਾਮਪਲ ਜਿਹੜੀ ਆਪਾਂ ਪਹਿਲਾਂ ਕੀਤੀ ਕਿ ਮੈਂ ਇੱਕ ਸੁਸਾਇਟੀ 'ਚ ਦੂਜੀ 'ਚ ਜਾ ਰਹੀ ਹਾਂ, ਜਿਹੜਾ ਦੂਸਰਾ ਪਰਸਨ ਆ ਉਹਦੀ ਮੈਂਟੈਲਿਟੀ ਚੇਂਜ ਹੋ ਗਈ। ਹੁਣ ਮੈਮ ਇੰਡੀਵਿਜੂਅਲ ਟੂ ਅਨਦਰ ਕਿੱਦਾਂ ਹੋਇਆ? ਦੇਖੋ ਤੁਸੀਂ ਐਜੂਕੇਸ਼ਨਲ ਇੰਸਟੀਟਿਊਸ਼ਨਸ 'ਚ ਪੜ੍ਹਦੇ ਹੋ, ਤੁਸੀਂ ਨੈਕਸਟ ਕਾਲਜਸ 'ਚ ਜਾਓਗੇ, ਤੁਹਾਡੀ ਸਰਾਊਂਡਿੰਗ ਚੇਂਜ ਹੋਊਗੀ, ਤੁਹਾਡੇ ਬਲੀਫਸ ਚੇਂਜ ਹੋਣਗੇ, ਤੁਹਾਡੀ ਥਿੰਕਿੰਗ ਚੇਂਜ ਹੋਊਗੀ। ਸੋ ਇੰਡੀਵਿਜੂਅਲ ਟੂ ਅਨਦਰ ਹੋ ਗਈ ਨਾ। ਸੋ ਇਸ ਦੇ ਨਾਲ ਇੱਕ ਇੰਡੀਵਿਜੂਅਲ ਜਿਹੜਾ ਵਾ ਦੇਖੋ ਆਪਣੇ ਆਪ ਨੂੰ ਐਡਜਸਟ ਕਰਦਾ ਪੋਲੀਟੀਕਲ ਕਲਚਰ ਦੇ ਅਕੋਰਡਿੰਗ। ਇੱਥੇ ਜਿਹੜਾ ਵਰਡ ਲਿਖਿਆ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ। ਪੋਲੀਟੀਕਲ ਸੋਸ਼ਲਾਈਜੇਸ਼ਨ ਇੱਕ ਯੂਨੀਵਰਸਲ ਪ੍ਰੋਸੈਸ ਹੈ। ਇਹਦਾ ਮਤਲਬ ਸਿੱਧੇ ਭਾਸ਼ਾ 'ਚ ਆ ਵਾ ਕਿ ਭਾਵੇਂ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਨਾ, ਉੱਥੇ ਪੋਲੀਟੀਕਲ ਸੋਸ਼ਲਾਈਜੇਸ਼ਨ ਹੋਊਗੀ। ਭਾਵੇਂ ਉਹ ਇੱਕ ਡਿਕਟੇਟਰਸ਼ਿਪ ਹੋਵੇ, ਭਾਵੇਂ ਮੋਨਾਰਕੀ ਹੋਵੇ, ਉਸ ਜਗ੍ਹਾ 'ਚ ਘੱਟ ਹੁੰਦੀ ਹੈ। ਘੱਟ ਕਿਵੇਂ ਹੁੰਦੀ ਹੈ ਮੈਮ? ਪੋਲੀਟੀਕਲ ਸੋਸ਼ਲਾਈਜੇਸ਼ਨ ਕਿਹੜਾ ਗੌਰਮੈਂਟ ਦਾ ਕੰਮ ਹੈ ਜੋ ਉਹ ਰੋਕ ਸਕਦਾ ਹੈ? ਦੇਖੋ ਬੇਟਾ, ਜਿਹੜਾ ਪੋਲੀਟੀਕਲ ਸੋਸ਼ਲਾਈਜੇਸ਼ਨ ਆ ਉਹ ਹੈ ਸਮਾਜੀਕਰਨ, ਠੀਕ ਹੈ। ਦੇਖੋ ਜਦੋਂ ਇੱਕ ਡਿਕਟੇਟਰ ਕੰਟਰੀ 'ਚ ਤੁਸੀਂ ਜਾਂਦੇ ਹੋ ਨਾ, ਉੱਥੇ ਲੋਕਾਂ ਦੇ ਵਿਊਜ਼ ਨੂੰ ਸਪਰੈਸ ਕੀਤਾ ਜਾਂਦਾ। ਸਪਰੈਸ ਕਿਵੇਂ ਕੀਤਾ ਜਾਂਦਾ ਕਿ ਉਹ ਆਪਣੀ ਗੌਰਮੈਂਟ ਦੇ ਅਗੇਂਸਟ ਨਹੀਂ ਬੋਲ ਸਕਦੇ। ਜਿਹੜੀ ਪ੍ਰੈਸ ਆ ਉਹਨੂੰ ਵੀ ਸਪਰੈਸ ਕੀਤਾ ਜਾਂਦਾ। ਉੱਥੇ ਜਿਹੜੀ ਡੈਮੋਕ੍ਰੇਸੀ ਹੈ ਨਾ, ਉਹਦੇ ਵਿੱਚ ਪੋਲੀਟੀਕਲ ਸੋਸ਼ਲਾਈਜੇਸ਼ਨ ਜਲਦੀ ਹੁੰਦਾ ਕਿਉਂਕਿ ਜਿਹੜੀ ਪ੍ਰੈਸ ਆ ਨਾ ਉਹ ਕ੍ਰਿਟੀਸਾਈਜ਼ ਕਰਦੀ ਹੈ ਗੌਰਮੈਂਟ ਦੇ ਵਰਕਿੰਗ ਨੂੰ। ਕ੍ਰਿਟੀਸਾਈਜ਼ ਇਨ ਸੈਂਸ ਕਿ ਦੱਸਦੀ ਹੈ ਕਿ ਗੌਰਮੈਂਟ ਆਹ ਕੰਮ ਸਾਡਾ ਰਹਿੰਦਾ ਹੈ ਜਾਂ ਆਹ ਕੰਮ ਨੂੰ ਐਪਰੀਸ਼ੀਏਟ ਕੀਤਾ ਕਿ ਗੌਰਮੈਂਟ ਵੱਲੋਂ ਹੋਇਆ ਹੈ।
ਸੋ ਇੱਦਾਂ ਪੋਲੀਟੀਕਲ ਸੋਸ਼ਲਾਈਜੇਸ਼ਨ ਹੁੰਦਾ ਹੈ। ਸੋ ਉੱਥੇ ਲਿਖਿਆ ਹੋਇਆ ਪੋਲੀਟੀਕਲ ਸੋਸ਼ਲਾਈਜੇਸ਼ਨ ਇਨ ਸਲੋ ਐਂਡ ਡਿਕਟੇਟੋਰੀਅਲ ਸਟੇਟਸ, ਉਹ ਦੈਟਸ ਵਾਈ ਆ, ਅਤੇ ਡੈਮੋਕ੍ਰੈਟਿਕ 'ਚ ਜ਼ਿਆਦਾ ਜਲਦੀ ਹੁੰਦਾ। ਠੀਕ ਹੈ। ਨੈਕਸਟ ਕੰਟੀਨਿਊਸ ਪ੍ਰੋਸੈਸ, ਇਹ ਮੈਂ ਤੁਹਾਨੂੰ ਸਮਝਾਤਾ ਕਿ ਤੁਸੀਂ ਜਿਹੜੀ ਮਰਜ਼ੀ ਇਹ 'ਚ ਹੋਵੇ, ਜਿਹੜੇ ਮਰਜ਼ੀ ਪੀਰੀਅਡ 'ਚ ਹੋਵੇ, ਜਿਹੜੀ ਮਰਜ਼ੀ ਜਗ੍ਹਾ 'ਚ ਹੋਵੋ, ਇਹ ਕੰਟੀਨਿਊਸ ਪ੍ਰੋਸੈਸ ਆ। ਠੀਕ ਹੈ। ਇਹ 'ਚ ਵੀ ਤੁਸੀਂ ਆਪਣੀ ਲਾਈਨ ਲਿਖ ਲਿਓ, ਪੌਜ਼ ਕਰਕੇ ਪੜ੍ਹਿਓ ਜ਼ਰੂਰ। ਪਰਟੀਕੂਲਰ ਡਾਇਰੈਕਸ਼ਨ ਵਿੱਚ ਜੀ ਚੇਂਜ ਹੋ ਸਕਦਾ ਹੈ, ਗਾਈਡ ਕੀਤਾ ਜਾ ਸਕਦਾ। ਉਹ ਕਿਵੇਂ ਮੈਮ? ਦੇਖੋ ਸੇਮ ਗੱਲ ਆ ਗਈ, ਤੁਸੀਂ ਡਿਕਟੇਟਰ ਕੰਟਰੀ 'ਚ ਚੱਲ ਜਾਓ। ਹੁਣ ਇਨ ਕਿਊਬਾ ਦੀ ਗੱਲ ਆ ਰਹੀ ਹੈ, ਹੁਣ ਉਹ 'ਚ ਕਿੱਦਾਂ ਮੈਮ ਚੇਂਜ ਹੋਊਗਾ? ਦੇਖੋ ਉੱਥੋਂ ਦੇ ਨਾ ਐਜੂਕੇਸ਼ਨਲ ਇੰਸਟੀਟਿਊਟਸ ਆ ਨਾ, ਉਹਨਾਂ ਦੀ ਬੁੱਕਸ ਦੇ ਵਿੱਚ ਜਿਹੜਾ ਸਿਲੇਬਸ ਆ ਨਾ, ਉਹ ਵੀ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਉਹਨਾਂ ਨੂੰ ਪ੍ਰੋਪਰਲੀ ਦੱਸਿਆ ਜਾਵੇ। ਆਈ ਹੋਪ ਤੁਸੀਂ ਚੈਪਟਰ ਪੜ੍ਹਿਆ ਹੋਊਗਾ ਨਾਜ਼ੀਜ਼ਮ ਦੇ ਉੱਤੇ, ਜਿਨ੍ਹਾਂ ਨੇ CBSE 'ਚ ਕੀਤਾ ਉਹਨਾਂ ਨੇ ਤਾਂ ਡੈਫੀਨੇਟਲੀ ਪੜ੍ਹਿਆ ਹੋਊਗਾ। ਉਹਦੇ ਵਿੱਚ ਪਤਾ ਕੀ ਸੀ, ਜਿਹੜਾ ਹਿਟਲਰ ਸੀ ਨਾ, ਉਹ ਆਪਣੇ ਜਿਹੜੇ ਸਟੂਡੈਂਟ ਸੀ ਨਾ, ਉਹਨਾਂ ਨੂੰ ਨਾਜ਼ੀ ਬਣਾਉਣਾ ਚਾਹੁੰਦਾ, ਨਾਜ਼ੀਜ਼ਮ ਦੇ ਨਾਲ ਜੋੜਨਾ ਚਾਹੁੰਦਾ ਸੀ। ਸੋ ਦੈਟਸ ਵਾਈ ਉਹ ਉੱਥੋਂ ਦੀ ਬੁੱਕਸ ਨੂੰ ਵੀ, ਬੁੱਕਸ ਦੇ ਸਿਲੇਬਸ ਨੂੰ ਵੀ ਉੱਦਾਂ ਕੰਪਾਈਲ ਕਰਦਾ ਹੈ ਕਿ ਬੱਚਿਆਂ ਨੂੰ ਲੱਗੇ ਨਾਜ਼ੀਜ਼ ਆਰ ਦਾ ਬੈਸਟ। ਠੀਕ ਆ। ਅਤੇ ਹੋਰ ਜਿਹੜੇ ਉਹਨਾਂ ਦੇ ਓਪੋਜ਼ਿਟਸ ਹੁੰਦੇ ਸੀ, ਉਹਨਾਂ ਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਅਤੇ ਉਹਨਾਂ ਨੂੰ ਇਨਫੀਰੀਅਰ ਦਿਖਾਉਂਦਾ ਸੀ। ਇਸੇ ਤਰੀਕੇ ਨਾਲ ਹੀ ਡਿਕਟੇਟਰ ਕੰਟਰੀ ਕਹਿ ਲਓ ਜਾਂ ਕਮਿਊਨਿਸਟ ਕੰਟਰੀਜ਼ ਕਹਿ ਲਓ, ਉੱਥੇ ਹੁੰਦਾ ਹੈ। ਠੀਕ ਹੈ। ਸੋ ਇਹ ਸਮਝ ਆ ਗਈ ਕਿ ਇੱਕ ਡਾਇਰੈਕਸ਼ਨ 'ਚ ਕਿਵੇਂ ਹੋਊਗਾ। ਹੁਣ ਮੈਨੀਫੈਸਟ ਅਤੇ ਲੇਟੈਂਟ 'ਤੇ ਆ ਜਾਓ। ਦਿਸ ਇਜ਼ ਦਾ ਸਿੰਪਲੈਸਟ ਡੈਫੀਨੇਸ਼ਨ, ਅਤੇ ਇਹ ਜਿਹੜੀ ਆ ਨਾ, ਇੱਥੇ 4 ਹੋਣੇ ਜੇ ਟਾਈਪਸ, ਕਰੈਕਟਰਿਸਟਿਕਸ। ਇਹ ਬਹੁਤ ਜ਼ਰੂਰੀ ਹੈ। ਮੈਨੂੰ ਕੁਐਸਚਨ ਆਇਆ ਸੀ ਲਾਸਟ ਇਨ ਸੈਪਟੰਬਰ ਟਰਮ 'ਚ, ਅਤੇ ਮੈਂ ਕੀ ਕੀਤਾ ਸੀ, ਮੈਂ ਜਿਹੜੀ ਸਾਨੂੰ ਏਜੰਟਸ ਹੁੰਦੇ ਨਾ, ਏਜੰਟਸ, ਮੈਂ ਉਹਨਾਂ ਦਾ ਲਿਖਤਾ ਹੀ ਨਾਮ। ਏਜੰਟਸ ਉਹ ਹੁੰਦੇ ਆ ਜਿਨ੍ਹਾਂ ਦੇ ਥਰੂ ਪੋਲੀਟੀਕਲ ਸੋਸ਼ਲਾਈਜੇਸ਼ਨ ਹੁੰਦੀ ਹੈ, ਮੈਂ ਉਹ ਲਿਖਤਾ। ਐਂਡ ਦੈਨ ਆਈ ਰਿਮੈਂਬਰ ਕਿ ਸਾਨੂੰ ਤਾਂ 4 ਨੰਬਰ 'ਚ ਕੁਐਸਚਨ ਆ, ਦੂਜੇ ਜਿਹੜੇ ਡਿਫਰੈਂਟ ਆ ਉਹ ਵੀ ਸਾਨੂੰ 8 ਮਾਰਕਸ ਏਜੰਟਸ 'ਤੇ ਕੁਐਸਚਨ ਆ ਗਿਆ ਸੀ। ਦੈਟਸ ਵਾਈ ਮੈਨੂੰ ਪਤਾ ਲੱਗ ਗਿਆ। ਸੋ ਮੇਰੀ ਇੱਕ ਕਹਿ ਲਓ ਐਕਸਪੀਰੀਅੰਸ ਦੇ ਥਰੂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਹੈ। ਸੋ ਮੈਨੀਫੈਸਟ ਲੇਟੈਂਟ ਕੀ ਹੈ? ਇਹ ਵਾਲੀ ਡੈਫੀਨੇਸ਼ਨ ਮਰਜ਼ੀ ਤੁਹਾਡੀ ਹੈ ਇੱਥੋਂ ਪੜ੍ਹਨੀ ਕਿ ਨਹੀਂ, ਮੈਂ ਤੁਹਾਨੂੰ ਆਪਣੀ ਕਰਵਾਉਣ ਜਾ ਰਹੀ ਹਾਂ। ਦੈਟ ਇਜ਼ ਦਿਸ ਵਨ। ਜਿੱਥੇ ਤੁਹਾਨੂੰ ਡਾਇਰੈਕਟ ਅਤੇ ਵਿਜ਼ੀਬਲ ਐਫਰਟਸ ਲੱਭਣ, ਜਿੱਥੇ ਤੁਹਾਨੂੰ ਐਫਰਟ ਪਤਾ ਲੱਗੇ, ਜਿੱਥੇ ਤੁਹਾਨੂੰ ਪਤਾ ਲੱਗੇ ਕਿ ਪੋਲੀਟੀਕਲੀ ਵੈਲਿਊਜ਼ ਨੂੰ ਚੇਂਜ ਕੀਤਾ ਜਾ ਰਿਹਾ ਹੈ, ਜਾਂ ਉਹ ਤੁਹਾਡੇ ਇਹ ਪੋਲੀਟੀਕਲ ਬਿਹੇਵੀਅਰ 'ਤੇ ਇਨਫਲੂਐਂਸ ਹੋ ਰਿਹਾ, ਤੁਹਾਨੂੰ ਡਾਇਰੈਕਟ ਪਤਾ ਲੱਗ ਰਿਹਾ। ਹੁਣ ਮੈਮ ਡਾਇਰੈਕਟ ਕਿੱਦਾਂ ਪਤਾ ਲੱਗੂਗਾ? ਬੇਟਾ ਦੇਖੋ, ਜਿਹੜੇ ਸਾਡੇ ਪ੍ਰੈਸ ਆ, ਸਾਡੀ ਮੈਗਜ਼ੀਨਸ ਆਉਂਦੀਆਂ, ਜਿਹੜੇ ਪ੍ਰੈਸ਼ਰ ਗਰੁੱਪਸ ਬਣਾਉਂਦੇ ਆ, ਪ੍ਰੋਟੈਸਟ ਕਰਦੇ ਨੇ, ਯੂਥ ਐਸੋਸੀਏਸ਼ਨ ਹੁੰਦੀ, ਜਿੱਦਾਂ ਤੁਹਾਨੂੰ ਪਤਾ ਪੰਜਾਬ ਯੂਨੀਵਰਸਿਟੀ 'ਚ PU 'ਚ ਜਿਹੜਾ ਪ੍ਰੋਟੈਸਟ ਚੱਲ ਰਿਹਾ, ਯੂਥ ਐਸੋਸੀਏਸ਼ਨ ਆ ਉਹ। ਠੀਕ ਹੈ। ਯੂਥ ਕਰ ਰਿਹਾ। ਸਿਨੇਮਾ ਦੇ ਵਿੱਚ ਆਈ ਡੋਂਟ ਥਿੰਕ ਸੋ ਰਾਈਟ ਨਾਓ ਸਿਨੇਮਾ ਨੂੰ ਪਤਾ ਕਿੱਦਾਂ ਲੈਣਾ, ਜਦੋਂ ਤੁਸੀਂ ਸਿਨੇਮਾ ਨੂੰ ਐਕਸਪਲੇਨ ਕਰਨਾ ਕਿ ਸਿਨੇਮਾ ਕਿੱਦਾਂ ਇਨਫਲੂਐਂਸ ਕਰਦਾ, ਸਿਨੇਮਾ ਪਤਾ ਕਿਵੇਂ ਇਨਫਲੂਐਂਸ ਕਰਦਾ। ਬੜੇ ਬੱਚੇ ਤੇ ਕਨਫਿਊਜ਼ ਹੁੰਦੇ ਆ। ਸਿਨੇਮਾ ਦੇ ਵਿੱਚ ਜਿਹੜੀ ਮੂਵੀਜ਼ ਆਉਂਦੀਆਂ ਨਾ, ਜਦੋਂ ਉਹ ਇੱਕ ਪੋਲੀਟੀਕਲ ਪਾਰਟੀ 'ਤੇ ਪੋਲੀਟੀਕਲੀ ਉਹ 'ਚ ਕੁਛ ਵੀ ਆ ਜਾਏ ਨਾ, ਪੋਲੀਟੀਕਲ ਡਰਾਮਾ ਆ ਜਾਏ, ਸੋ ਉਹ ਕਿਤੇ ਨਾ ਕਿਤੇ ਇੰਡੀਵਿਜੂਅਲ ਦੇ ਪੋਲੀਟੀਕਲ ਥਿੰਕਿੰਗ 'ਤੇ ਇਨਫਲੂਐਂਸ ਕਰਦੀ ਨੇ। ਠੀਕ ਹੈ। ਸੋ ਪੋਲੀਟੀਕਲ ਸੋਸ਼ਲਾਈਜੇਸ਼ਨ ਵਿੱਚ ਡਾਇਰੈਕਟ ਅਤੇ ਮੈਨੀਫੈਸਟ ਇਹ ਆ ਕਿ ਜਿਹਦੇ ਵਿੱਚ ਸਾਨੂੰ ਸਿੱਧਾ ਪਤਾ ਲੱਗ ਰਿਹਾ ਕਿ ਇਹ ਸਾਡੇ ਜਾਂ ਕਿਸੇ ਦੇ ਵਿਚਾਰਾਂ ਨੂੰ, ਲੋਕਾਂ ਦੇ ਵਿਚਾਰਾਂ ਨੂੰ ਚੇਂਜ ਕਰ ਰਹੇ ਨੇ। ਠੀਕ ਹੈ। ਸੋ ਕਿਊਬਾ ਵਾਲੀ ਜਿਹੜੀ ਹਾਈਲਾਈਟਡ ਡੈਫੀਨੇਸ਼ਨ ਆ ਨਾ, ਸੇਮ ਜਿਹੜੀ ਮੈਂ ਤੁਹਾਨੂੰ ਉੱਤੇ ਦੱਸਿਆ ਕਿ ਆਪਣੇ ਐਜੂਕੇਸ਼ਨ ਇੰਸਟੀਟਿਊਸ਼ਨ ਵਿੱਚ ਸਿਲੇਬਸ ਜਿਹੜਾ ਉਸ ਤਰੀਕੇ ਨਾਲ ਬਣਾਉਂਦੇ ਆ ਕਿ ਉਹ ਸੋਸ਼ਲਿਜ਼ਮ ਪਾ ਸਕਣ। ਠੀਕ ਹੈ। ਸੋ ਫਾਰਮਲ ਅਤੇ ਇਨਫਾਰਮਲ। ਫਾਰਮਲ ਅਤੇ ਇਨਫਾਰਮਲ ਕਿਵੇਂ ਹੈ? ਹੁਣ ਉਹ ਕਹਿੰਦੇ ਪੋਲੀਟੀਕਲ ਸੋਸ਼ਲਾਈਜੇਸ਼ਨ ਫਾਰਮਲ ਵੇ ਨਾਲ ਵੀ ਹੁੰਦੀ, ਇਨਫਾਰਮਲ ਨਾਲ ਵੀ। ਫਾਰਮਲ ਵੇ ਕਿਹੜੇ ਆ ਮੈਮ? ਫਾਰਮਲ ਵੇ ਉਹ ਹੈ ਜਿੱਦਾਂ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਹੁੰਦਾ, ਨਿਊਜ਼ਪੇਪਰ 'ਚ ਹੁੰਦਾ। ਠੀਕ ਹੈ। ਅਤੇ ਆਪਾਂ ਕਹਿ ਲਈਏ ਡਾਇਰੈਕਟ ਮੈਨਰ 'ਚ ਹੁੰਦਾ। ਹੁਣ ਮੈਮ ਇਨਫਾਰਮਲ ਫਿਰ ਕਿਹੜੇ ਹੋਏ? ਦੇਖੋ ਇਨਫਾਰਮਲ ਉਹ ਪ੍ਰੋਸੈਸ ਆ ਜਿਹਦੇ ਵਿੱਚ ਇਨਡਾਇਰੈਕਟਲੀ ਤੁਹਾਡੇ ਵਿਊਜ਼ ਚੇਂਜ ਹੋ ਰਹੇ ਨੇ। ਠੀਕ ਹੈ ਮੈਮ। ਇਨਡਾਇਰੈਕਟਲੀ ਕਿੱਦਾਂ ਹੋਣਗੇ? ਦੇਖੋ ਇਨਡਾਇਰੈਕਟਲੀ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਕੋਈ ਕੰਡੀਸ਼ਨ ਲੈ ਸਕਦੇ ਹਾਂ, ਕੋਈ ਸਿਚੁਏਸ਼ਨ ਲੈ ਸਕਦੇ ਹਾਂ ਜਿਹਦੇ ਵਿੱਚ ਸਾਨੂੰ ਨਹੀਂ ਪਤਾ ਕਿ ਮਤਲਬ ਡਾਇਰੈਕਟਲੀ ਸਾਨੂੰ ਨਹੀਂ ਪਤਾ ਕਿ ਉਹ ਕਿਤੇ ਸਾਡਾ ਉਹ ਸਾਡੇ 'ਤੇ ਇਨਫਲੂਐਂਸ ਕਰ ਰਿਹਾ, ਪਰ ਉਹ ਕਿਤੇ ਨਾ ਕਿਤੇ ਜਾ ਕੇ ਸਾਡੀ ਪੋਲੀਟੀਕਲ ਬਿਲੀਫ ਨੂੰ ਚੇਂਜ ਕੀਤਾ ਜਾ ਰਿਹਾ। ਠੀਕ ਹੈ। ਸੋ ਨੈਕਸਟ ਦਿਸ ਵਨ, ਜਨਰੇਸ਼ਨ ਟੂ ਜਨਰੇਸ਼ਨ, ਉਹ ਵੀ ਮੈਂ ਤੁਹਾਨੂੰ ਸਮਝਾਇਆ ਸੀ
वन पर्सन टू पर्सन देखो, इफ़ आई एम मेरे फादर एक पर्टिकुलर पार्टी के सपोर्टर, ठीक है, आई नो मेरे फादर ਉਹਦੇ ਲੀਡਰ ਆ, ਸੋ ਮੈਂ ਕੀ ਕਰੂੰਗੀ, ਮੈਂ ਕਹੂੰਗੀ ਕਿ ਇਹ ਪਾਰਟੀ ਬੈਸਟ, ਠੀਕ ਹੈ। ਹੁਣ ਅੱਗਿਓ ਇਫ ਆਈ ਬਿਕਮ ਦ ਲੀਡਰ, ਮੈਂ ਵੀ ਇਹੀ ਮੇਰੀ ਅੱਗੇ ਜਨਰੇਸ਼ਨ ਵੀ ਇਹੀ ਕਹੇਗੀ ਕਿ ਵਿਚ ਪਾਰਟੀ ਇਜ਼ ਬੈਸਟ, ਹੈ ਨਾ, ਕਿਉਂਕਿ ਤੁਹਾਡਾ ਮੈਂਬਰ ਉਹਦੇ ਵਿੱਚ ਹੈ। ਸੋ ਇੱਦਾਂ ਜਨਰੇਸ਼ਨ ਟੂ ਜਨਰੇਸ਼ਨ ਵੀ ਪਾਸ ਹੁੰਦੀ ਹੈ, ਠੀਕ ਹੈ। ਇਹ ਜਿਹੜਾ ਜੈਫਰੀ ਕੇ ਰੋਬਰਟਸ ਆ ਨਾ, ਉਹਨਾਂ ਦਾ ਓਪੀਨੀਅਨ ਹੈ, ਠੀਕ ਹੈ। ਫਿਰ ਪੋਲੀਟੀਕਲ ਸੋਸ਼ਲਾਈਜੇਸ਼ਨ ਸਟੇਟ ਟੂ ਸਟੇਟ ਵੀ ਹੁੰਦੀ ਹੈ। ਸਟੇਟ ਟੂ ਸਟੇਟ ਆਪਾਂ ਕਿੱਦਾਂ ਕਵਾਂਗੇ, ਇੱਕ ਤਾਂ ਪਹਿਲਾਂ ਆਪਾਂ ਪੜ੍ਹ ਲਿਆ ਕਿ ਯੂਨੀਵਰਸਲ ਪ੍ਰੋਸੈਸ ਆ, ਹਰ ਸਟੇਟ ਦੇ ਵਿੱਚ ਹੁੰਦਾ ਹੈ, ਠੀਕ ਹੈ। ਅਤੇ ਜਦੋਂ ਆਪਾਂ ਕਵਾਂਗੇ ਕਿ ਡਿਫਰੈਂਟ ਰੀਜਨ ਤੋਂ ਲੋਕ ਆਉਂਦੇ ਨੇ, ਠੀਕ ਹੈ, ਡਿਫਰੈਂਟ ਰੀਜਨ ਤੋਂ ਲੋਕ ਜਦੋਂ ਆਉਂਦੇ ਆਪਣੇ ਪੋਲੀਟੀਕਲੀ ਕਲਚਰ ਨੂੰ ਐਕਸਚੇਂਜ ਕਰਦੇ ਨੇ, ਉਸ ਤਰੀਕੇ ਨਾਲ ਪੋਲੀਟੀਕਲ ਸੋਸ਼ਲਾਈਜੇਸ਼ਨ ਸਟੇਟ ਟੂ ਸਟੇਟ ਹੁੰਦੀ। ਹੁਣ ਮੇਰੀ ਰਿਕੁਐਸਟ ਹੈ ਕਿ ਜਿਹੜਾ ਤੁਹਾਨੂੰ ਸਮਝ ਆ ਰਿਹਾ ਨਾ, ਜਿੱਦਾਂ ਯੂਨੀਵਰਸਲ ਪ੍ਰੋਸੈਸ ਵੀ ਤੁਹਾਨੂੰ ਆ ਗਿਆ ਨਾ, ਕੰਟੀਨਿਊਸ ਵੀ ਆ ਗਿਆ ਨਾ, ਗਾਈਡੈਂਟ ਵੀ ਆ ਗਿਆ ਨਾ, ਮੈਨੀਫੈਸਟ ਵੀ ਆ ਗਿਆ ਨਾ, ਫਾਰਮਲ ਇਨਫਾਰਮਲ ਵੀ ਆ ਗਿਆ ਨਾ, 4-5 ਜਿਹੜੇ ਆ ਰੱਟ ਲਓ। रटना इन सेंस कि समझ के अपनी वर्डिंग च लिख लो, ठीक है। तो बाकी नीचे वाला इनू थोड़े टफ आ, यू कैन स्किप दैम, ठीक है। सो नैक्सट कॉन्कलूजन में तुसीं जो तुहानूं समझ आंदा ना वो लिखना है कि पॉलीटिकल सोशलाइजेशन किवें भी कुछ भी तरीके नाल हो सकती है, कोई भी करैक्टरिस्टिक्स हो सकदियां ने। सो हुण मैं तुहानूं मैनीफेस्ट समझाता सी, ठीक है। हिडन की हुंदा है, हिडन हुण इहदे विच इत्थे एग्जाम्पल होनी है, मैं उत्थे समझानी है। हाँ देखो हिडन विच की हुंदा है कि देखो वो दस रहे कि एक फैमिली चो एक बच्चा इंप्रैशनस ते बिलीव्स जिहड़े आ वो लैंदा है, ठीक है, जिद्दां मैं तुहानूं समझाया सी पहला, ठीक है। बट वो जिहड़े उहदे पॉलीटिकल बिलीव्स नूं भी इन्फ्लुएंस करदे ने, ते कई टाइम वो इदां दे नॉन पॉलीटिकल बिलीव्स हुंदे ने जो बाद विच बच्चे दे उत्ते इफैक्ट करदे ने, वो आउंदे ने स्कूल कॉलेजिस सोसाइटी चो, ठीक है, जिथे बच्चे नूं अपने आइडियाज़ अपने आइडियोलॉजीज पेश करन दा मौका मिलता है, दूजे स्कॉलर्स की आइडियोलॉजीज नूं ग्रैस्प करन दा मौका मिलता है, समझण दा मौका मिलता है, जिहदे नाल उहदी पॉलीटिकल थिंकिंग किसी ना किसी वे च चेंज होंदी है, ठीक है। दैट इज़ हिडन और इनडायरैक्ट, मतलब ये डायरैक्ट नहीं इन्फ्लुएंस हो रहा, बट उन्हें इनडायरैक्टली तुहाडी थिंकिंग ते इन्फ्लुएंस करदा। हुण देखो तुसीं पॉलीटिकल साइंस पढ़ते हो, किते ना किते तुहाडी पॉलीटिकल थिंकिंग च इन्फ्लुएंस होया ना। तुसीं 9th-10th तक सिविक्स पढ़ी है, तुसीं हिस्टरी पढ़ी है, हिस्टरी का मेन मोटो देखो तुहानूं की समझ आए कि पहला राजे महाराजे इदां करदे, मोनार्की इदां होई, डेमोक्रेसी इदां होई, ब्रिटिश ने इदां कीता उदां कीता, पॉलीटिकल थिंकिंग चेंज हुई कि नहीं हुई ना, दैट इज़ हिडन और लेटेड। प्रिमिटिव ये बहुत ईजी है, ये सिंपल आप ट्राइबल लोगों के बारे दस रहे हैं कि ट्राइबल पीपल जोड़े होंगे ना, जोड़े पॉलीटिकली इन्ने एक्टिव नहीं होंगे, जोड़े लोग पॉलीटिकली एक्टिव नहीं होंगे, उन्होंने की पता होंगे बस साडा एक राजा है, जे उन्हें कहता कि आ पार्टी चंगी है तो आ पार्टी चंगी है, जे नहीं कहा उन्हें क्या नहीं सही तो यह नहीं सही है। हुण इत्थे भी वही लाइन लिखी होनी हर, हाँ, द कॉमन पीपल डोंट इनवॉल्व इन पॉलीटिकल एक्टिविटीज़, वो सिर्फ अपने रूलर ते डिपेंड रखते हैं कि वह कित्थे किहड़ी डायरैक्शन च गाइड कर रहे हैं। हुण मॉडर्न पॉलीटिकल सोशलाइजेशन मॉडर्न किद्दां हुंदी है, स्कूल कॉलेज यूनीवर्सिटी न्यूज़पेपर मैगजीन रेडियोस टैलीविजन, मतलब कि जो अजकल के तरीके नाल हो रही है, तुसी अपने वर्डिंग च लिखना है कि सिनेमा च भी हो रही है ना, इत्थे एक लाइन का लिख दो, ठीक है, 4 दे विच जदों आऊगा बस। हुण आ जाओ इत्थे एजेंट्स ते, हुण सब तो पहला तो एजेंट्स से तुसीं 4 पक्के रख लो कि तुहानूं याद रहे, दैट इज़ फैमिली, एजुकेशन इंस्टीट्यूशनस, सोसाइटी ते पॉलीटिकल पार्टीज़, ये 4 जो पक्के तुहानूं याद होने चाहिए ना। देखो हुण एजेंट्स कौन होंदे आ, मीनस या वे जिहदे थ्रू तुहाडी पॉलीटिकल सोशलाइजेशन हुंदी है। फैमिली, हुण फैमिली दे लिखो फैमिली तो उहदे थल्ले एरो बनाओ तो उत्थे लिखो 3/4 ऑफ द नॉलेज, ठीक है, फर्स्ट 5 ईयर्स, ए 2 पॉइंट्स लिख ले। हुण ये 2 पॉइंट्स तुसीं लिखने हैं कि जिहड़ा एक छोटा बच्चा हुंदा है वो अपनी 3rd 4th नॉलेज जिहड़ी अपनी फैमिली तो लैंदा है अपने फर्स्ट 5 ईयर्स ऑफ चाइल्डहुड विच। नैक्सट तुसीं लाइन लिखनी कि बच्चा इमीटेशन दे नाल सिखदा है, इमीटेशन मतलब एक दूजे नूं देख के। सो ओहदी फैमिली जिहड़ा ओहदा फर्स्ट स्कूल हुंदा है जिथे एक बच्चा अपनी नॉलेज लैंदा है, ठीक है। नैक्सट आ जाओ, द चाइल्ड इज़ बॉर्न फ्री विदाउट एनी इनक्लाइनेशन,
मतलब जो एक छोटा बच्चा होंगे ਉਹਦੇ ਉੱਤੇ ਕੋਈ ਰੂਲਸ ਨਹੀਂ ਹੁੰਦੇ, ਕੋਈ ਰੈਗੂਲੇਸ਼ਨਸ ਨਹੀਂ ਹੁੰਦੀ ਕਿ ਤੁਸੀਂ ਇਹ ਚੀਜ਼ ਕਰਨੀ ਉਹ ਚੀਜ਼ ਕਰਨੀ। ਉਹ ਫ੍ਰੀ ਮਾਈਂਡ ਸੋਚਦਾ ਤੇ ਫ੍ਰੀ ਮਾਈਂਡ ਉਹ ਚੀਜ਼ਾਂ ਦੇ ਉੱਤੇ ਇੰਪਲੀਮੈਂਟੇਸ਼ਨ ਕਰਦਾ, ਠੀਕ ਹੈ। ਸੋ ਇਸ ਤਰੀਕੇ ਨਾਲ ਉਹਦਾ ਵਿਊਜ਼ ਜਿਹੜੇ ਨੇ ਵਿਦ ਫੈਮਿਲੀ ਚੇਂਜ ਹੁੰਦੇ ਨੇ, ਠੀਕ ਹੈ। ਸੋ ਵੈਰੀ ਫਸਟ ਇੰਪ੍ਰੈਸ਼ਨ ਜਿਹੜਾ ਕਿ ਬੱਚਾ ਕੈਰੀ ਕਰਦਾ ਉਹ ਆਪਣੇ ਪੇਰੈਂਟਸ ਦਾ ਕਰਦਾ, ਫਿਰ ਜਿੱਦਾਂ ਜਿੱਦਾਂ ਗਰੋ ਹੁੰਦਾ ਉਹਦੇ ਪੋਲੀਟੀਕਲ ਵਿਊਜ਼ ਫਾਰਮ ਹੁੰਦੇ ਨੇ। ਸੋ ਉਹੀ ਐਗਜ਼ਾਮਪਲ ਆ ਗਈ ਜੀ, ਜੇ ਇੱਕ ਫਾਦਰ ਪੋਲੀਟੀਕਲ ਪਾਰਟੀ ਦਾ ਮੈਂਬਰ ਹੈ ਤੇ ਸਨ ਵੀ ਕਹੇਗਾ ਕਿ ਮੈਂ ਵੀ ਉਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਬਣਨ, ਜਾਣੀ ਕਿ ਆਪਣੇ ਫਾਦਰ ਦੇ ਵਿਊਜ਼ ਉਸਨੇ ਇਨਹੈਰਿਟ ਕਰ ਲਈਏ, ਠੀਕ ਹੈ। ਸੋ ਇਨ ਦਿਸ ਵੇ ਫੈਮਿਲੀ ਦੇ ਇੰਪੋਰਟੈਂਟ ਰੋਲ ਪਲੇ ਕਰਦੇ ਆ। ਸੋ ਪੌਜ਼ ਕਰਕੇ ਇਹ ਵੀ ਤੁਸੀਂ ਜ਼ਰੂਰ ਪੜ੍ਹ ਲਿਓ, ਬਹੁਤ ਈਜ਼ੀ ਵਰਡਿੰਗ 'ਚ ਹੈ। ਹੁਣ ਸੁਸਾਇਟੀ ਆ ਜਾਓ, ਸੇਮ ਗੱਲ ਜੋ ਮੈਂ ਤੁਹਾਨੂੰ ਅੱਗੇ ਸਮਝਾਈ ਸੀ ਨਾ ਕਿ ਨੇਬਰਹੁੱਡ ਤੋਂ ਤੁਸੀਂ ਜਿੱਦਾਂ ਇੱਕ ਨਿਊ ਸੁਸਾਇਟੀ 'ਚ ਜਾ ਰਹੇ ਹੋ, ਉੱਥੇ ਨੇਬਰਹੁੱਡ ਵਿੱਚ ਪੋਲੀਟੀਕਲ ਪਾਰਟੀਜ਼ ਆ, ਤੁਹਾਡੇ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਮੈਜੋਰਿਟੀ 'ਚ ਕੋਈ ਹੋਵੇ ਪਾਰਟੀ 'ਚ, ਉਹਦੇ ਪੀਪਲ ਤੁਹਾਨੂੰ ਕਹਿਣ ਕਿ ਇਹ ਪਾਰਟੀ ਬਹੁਤ ਵਧੀਆ ਹੈ, ਇਹ ਵਾਲੀ ਪਾਰਟੀ ਨੇ ਇਹ ਕੰਮ ਨਹੀਂ ਕੀਤਾ, ਐਸੇ ਨਹੀਂ ਕੀਤਾ, ਵੈਸੇ ਨਹੀਂ ਕੀਤਾ। ਸੋ ਇਨ ਸ਼ਾਰਟ ਤੁਹਾਡਾ ਪੋਲੀਟੀਕਲ ਵਿਊ ਕੀ ਬਣਿਆ ਕਿ ਯੈਸ ਦਿਸ ਪਾਰਟੀ ਇਜ਼ ਬੈਸਟ, ਠੀਕ ਹੈ। ਬਾਕੀ ਪਾਰਟੀਜ਼ ਬਾਰੇ ਤੁਹਾਡੇ ਵਿਊਜ਼ ਚੇਂਜ ਹੋ ਗਏ। ਨੈਕਸਟ ਫਿਰ ਉਹ ਸੁਸਾਇਟੀ ਨੇ ਵੀ ਰੋਲ ਪਲੇ ਕਰਤਾ, ਠੀਕ ਹੈ। ਹੁਣ ਜੇ ਆਪਾਂ ਚਾਈਲਡ ਦੇ ਥਰੂ, ਜੇ ਆਪਾਂ ਪਿੱਛੇ ਜਿੱਦਾਂ ਆਪਾਂ ਚਾਲੂ ਹੋਏ ਛੋਟੇ ਚਾਈਲਡ ਤੋਂ ਫਿਰ ਸੁਸਾਇਟੀ, ਤਾਂ ਆਪਾਂ ਇੱਦਾਂ ਕਰੀਏ ਕਿ ਸੈਕਿੰਡ ਇੰਪੋਰਟੈਂਟ ਰੋਲ ਸੁਸਾਇਟੀ ਪਲੇ ਕਰਦੀ ਹੈ। ਸੁਸਾਇਟੀ ਕਿਵੇਂ ਦੇਖੋ, ਫੈਮਿਲੀ ਤੋਂ ਬਾਅਦ ਕੌਣ ਆਉਂਦਾ ਹੈ? ਸੁਸਾਇਟੀ। ਸੁਸਾਇਟੀ ਦੇ ਵਿੱਚ ਬੱਚਾ ਇੰਟਰੈਕਟ ਕਰਦਾ, ਨੇਬਰਸ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ, ਬੱਚੇ ਜਿਹੜੇ ਨੇਬਰਹੁੱਡ ਦੇ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ, ਉਹਦੀ ਪੋਲੀਟੀਕਲ ਆਈਡੀਓਲੋਜੀ ਚੇਂਜ ਹੁੰਦੀ ਹੈ। ਜੇ ਉਹਦੀ ਵਿਲੇਜ ਵਿੱਚ ਪੋਲੀਟੀਕਲ ਪਾਰਟੀ ਹੋਵੇਗੀ ਜਾਂ ਕਲੋਨੀ ਵਿੱਚ ਹੋਵੇਗੀ, ਮੈਜੋਰਿਟੀ ਰੈਜ਼ੀਡੈਂਟਸ ਜਿਹੜੇ ਨੇ ਉਸੇ ਸੇਮ ਪੋਲੀਟੀਕਲ ਪਾਰਟੀ ਦੇ ਮੈਂਬਰਸ ਹੋਣਗੇ। ਇੱਦਾਂ ਸੁਸਾਇਟੀ ਨੇ ਇੱਕ ਰੋਲ ਪਲੇ ਕਰਤਾ। ਐਜੂਕੇਸ਼ਨ ਇੰਸਟੀਟਿਊਸ਼ਨ, ਹੁਣ ਬੱਚਾ ਜਦੋਂ ਤੱਕ ਆਪਣੇ ਪੇਰੈਂਟਸ ਤੱਕ ਹੀ ਉਹਨੇ ਉਹਨਾਂ ਦੇ ਵਿਊਜ਼ ਨੂੰ ਹੀ ਫੋਲੋ ਕੀਤਾ, ਬਟ ਜਦੋਂ ਆਪਣੀ ਹੋਸ਼ 'ਚ ਆਇਆ ਉਹਨੇ ਬੁੱਕਸ ਪੜ੍ਹਨੀਆਂ, ਡਿਫਰੈਂਟ ਚੀਜ਼ਾਂ, ਜਿੱਦਾਂ ਹੁਣ ਆਪਾਂ ਪੋਲੀਟੀਕਲ ਸਾਇੰਸ ਪੜ੍ਹ ਰਹੇ ਹਾਂ, ਸਾਡੇ ਵਿਊਜ਼ ਚੇਂਜ ਹੋਏ, ਆਪਾਂ ਆਪਣੀ ਕਲਾਸ ਫੈਲੋਜ਼ ਨਾਲ ਗੱਲ ਕਰਦੇ। ਵਟ ਆਈ ਰਿਮੈਂਬਰ ਐਜ਼ ਅ ਚਾਈਲਡ ਵੈਨ ਮਾਈ, ਜਦੋਂ ਮੈਂ ਛੋਟੀ ਸੀ, ਆਈ ਵਾਜ਼ ਇਨ 4th ਸਟੈਂਡਰਡ ਆਈ ਥਿੰਕ, ਜਦੋਂ ਇਲੈਕਸ਼ਨਸ ਪਿਛਲੇ ਤੋਂ ਪਿਛਲੇ ਟਾਈਮ ਹੋਈਆਂ ਸੀ, ਅਤੇ ਉਹਦੇ ਵਿੱਚ ਕੀ ਹੋਇਆ, ਆਈ ਰਿਮੈਂਬਰ ਦੈਟ ਵਟ ਹੈਪਨਸ ਕਿ ਮਾਈ ਫਾਦਰ, ਮਾਈ ਫੈਮਿਲੀ ਨੇ ਜਿਸ ਪਾਰਟੀ ਨੂੰ, ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਨਾ, all the childrens of our locality, ਸਾਡੇ ਫੈਮਲੀਜ਼ ਜਿਹਨੂੰ ਸਪੋਰਟ ਕਰਦੇ ਸੀ, ਵੀ ਸਪੋਰਟ ਦੈਮ ਐਂਡ ਵੀ ਡੋਂਟ ਈਵਨ ਨੋ ਕਿ ਹੈ ਨਾ ਇਹ ਪਾਰਟੀ ਨੇ ਕੀ ਕੀਤਾ, ਇਹ ਪਾਰਟੀ ਨੇ, ਜਸਟ ਓਨਲੀ ਥਿੰਗ ਵੀ ਨੋ ਆਰ ਫੈਮਲੀ ਸਪੋਰਟਸ ਦੈਮ, ਵੀ ਵਿਲ ਸਪੋਰਟ ਦੈਮ, ਠੀਕ ਹੈ। ਸਿਮਿਲਰਲੀ ਤੁਸੀਂ ਵੀ ਐਜ਼ ਅ ਸਟੂਡੈਂਟ ਰਿਮੈਂਬਰ ਕਰੋ ਲਾਸਟ ਇਲੈਕਸ਼ਨਸ ਜਦੋਂ ਹੋਈਆਂ, ਬਟ ਯੂ ਹੈਵ ਡਨ ਕਿ ਤੁਸੀਂ ਵੀ ਉਹੀ ਸੇਮ ਚੀਜ਼ਾਂ ਕੀਤੀਆਂ ਹੋਣੀਆਂ ਕਿ ਬਟ ਯੂਅਰ ਫੈਮਲੀ ਟੈਲਸ ਯੂ ਅਬਾਊਟ ਦ ਪੋਲੀਟਿਕਸ, ਤੁਸੀਂ ਉਹੀ ਮੰਨ ਲਿਆ, ਕਿਉਂਕਿ ਉਸ ਟਾਈਮ 'ਚ ਤੁਹਾਨੂੰ ਇਹਨਾਂ ਪੋਲੀਟਿਕਸ ਇੰਟਰਸਟ ਨਹੀਂ ਹੁੰਦਾ। ਵਟ ਐਵਰ ਯੂਰ ਫੈਮਿਲੀ ਸੇਜ਼ ਤੁਸੀਂ ਉਹ ਮੰਨ ਲੈਂਦੇ, ਵਟ ਐਵਰ ਦ ਸੁਸਾਇਟੀ ਸੇਜ਼ ਤੁਸੀਂ ਉਹ ਮੰਨ ਲੈਂਦੇ ਹੋ, ਠੀਕ ਹੈ। ਹੁਣ ਇਸ ਏਜ 'ਚ ਹੁਣ ਰਾਈਟ ਨਾਓ ਜਿਹੜੀ ਇਲੈਕਸ਼ਨਸ ਹੋਣੀਆਂ ਨੇ, ਯੋਰ ਪੋਲੀਟੀਕਲ ਵਿਊ ਰਿਗਾਰਡਿੰਗ ਦ ਇਲੈਕਸ਼ਨਸ ਬਿਲਕੁਲ ਚੇਂਜ ਆ। ਯੂ ਨੋ ਵਟ ਇਜ਼ ਰੋਂਗ, ਵਟ ਇਜ਼ ਰਾਈਟ, ਕਿਹੜੀ ਪਾਰਟੀ ਸਹੀ। ਈਵਨ ਤੁਹਾਡੀ ਫੈਮਿਲੀ ਕਵੇ ਕਿ ਦਿਸ ਪਾਰਟੀ ਇਜ਼ ਕਰੈਕਟ, ਤੁਹਾਨੂੰ ਉਹਨਾਂ ਦੇ ਅਗੇਂਸਟ ਹੀ ਆਪਾਂ ਕਹਾਂਗੇ, ਉਸ ਪਾਰਟੀ ਦੇ ਪ੍ਰਤੀ ਤੁਹਾਨੂੰ ਤਰਕ ਕਰਨਾ ਹੁੰਦਾ ਕਿ ਯੈਸ ਇਹ ਪਾਰਟੀ ਨੇ ਕੰਮ ਕੀਤਾ, ਇਹ ਪਾਰਟੀ ਨੇ ਇਹ ਕੰਮ ਨਹੀਂ ਕੀਤਾ, ਸੋ ਦਿਸ ਪਾਰਟੀ ਇਜ਼ ਗੁੱਡ ਔਰ ਦਿਸ ਪਾਰਟੀ ਇਜ਼ ਨਾਟ ਗੁੱਡ, ਠੀਕ ਹੈ। ਸੋ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਇੰਪੋਰਟੈਂਟ ਰੋਲ ਪਲੇ ਕੀਤਾ। ਫਿਰ ਪੋਲੀਟੀਕਲ ਪਾਰਟੀ, ਹੁਣ ਪੋਲੀਟੀਕਲ ਪਾਰਟੀ ਕਿੱਦਾਂ ਦੇਖੋ, ਜਦੋਂ ਇਲੈਕਸ਼ਨਸ ਆਉਂਦੀਆਂ ਨੇ, ਪੋਲੀਟੀਕਲ ਪਾਰਟੀਜ਼ ਆਪਣੀ ਐਡਵਰਟਾਈਜ਼ਮੈਂਟ ਕਰਦੀਆਂ ਨੇ TV 'ਤੇ, ਸਿਨੇਮਾ, ਰੇਡੀਓ, ਮੈਗਜ਼ੀਨਸ, ਬਿਲਬੋਰਡਸ, ਅਤੇ ਉੱਥੇ ਜਦੋਂ ਤੁਸੀਂ ਉਹਨਾਂ ਦੇ ਆਈਡੀਓਲੋਜੀਜ਼, ਉਹਨਾਂ ਦਾ ਪ੍ਰੋਪੋਗੰਡਾ, ਉਹਨਾਂ ਦਾ ਕੈਂਪੇਨਸ, ਮੈਨੀਫੈਸਟੋਸ ਦੇਖਦੇ ਹੋ, ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਹਾਂ ਇਹ ਪਾਰਟੀ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਹੈ। ਜਦੋਂ ਤੁਸੀਂ ਪੋਲੀਟੀਕਲ ਪਾਰਟੀ ਵਾਲਾ ਚੈਪਟਰ ਪੜ੍ਹੋਗੇ ਨਾ, ਉਹ 'ਚ ਤੁਸੀਂ ਏਜੰਡਾ ਵੇਖਣਾ ਨਾ, ਜਦੋਂ ਕਿ ਇਸ ਪਾਰਟੀ ਦਾ ਇਹ ਏਜੰਡਾ, ਜੇ ਜਿੱਦਾਂ ਆਪਾਂ ਕਹੀਏ ਕਿ ਤੁਹਾਨੂੰ ਜਿਸ ਪਾਰਟੀ ਦਾ ਨਹੀਂ ਪਤਾ ਉਹਦਾ ਏਜੰਡਾ ਪੜ੍ਹ ਲਓਗੇ ਨਾ, ਤੁਸੀਂ ਕਹੋਗੇ ਯੈਸ ਦਿਸ ਪਾਰਟੀ ਇਜ਼ ਵੈਰੀ ਗੁੱਡ, ਬਟ ਗਰਾਊਂਡ ਲੈਵਲ 'ਤੇ ਯੂ ਨੋ ਦ ਰਿਐਲਿਟੀ, ਠੀਕ ਹੈ। ਸੋ ਪੋਲੀਟੀਕਲ ਪਾਰਟੀ ਵੀ ਡਿਫਰੈਂਟ ਤਰੀਕੇ ਨਾਲ ਤੁਹਾਡੇ ਪੋਲੀਟੀਕਲ ਵਿਊਜ਼ ਨੂੰ ਚੇਂਜ ਕਰਦੀ ਹੈ। ਹੁਣ ਜਿਹੜੇ ਬੰਦੇ ਨੂੰ ਪੋਲੀਟੀਕਲ ਨੌਲੇਜ ਨਹੀਂ ਹੈਗੀ, ਫੋਰ ਐਗਜ਼ਾਮਪਲ ਵਿਮਨਸ ਲੈ ਲਓ, ਦੇ ਨੋ ਕਿ ਸਾਨੂੰ ਇਹ ਪਾਰਟੀ ਦਿਸ ਅਮਾਊਂਟ ਆਫ ਮਨੀ ਸਾਨੂੰ ਐਵਰੀ ਮੰਥ ਕ੍ਰੈਡਿਟ ਕਰਨ ਨੂੰ ਕਹਿ ਰਹੀ ਹੈ, ਠੀਕ ਹੈ। ਸੋ ਵਿਮਨ ਤਾਂ ਉੱਧਰ ਹੀ ਜਾਣਗੀਆਂ ਨਾ, ਠੀਕ ਹੈ। ਸੋ ਪੋਲੀਟੀਕਲ ਪਾਰਟੀ ਨੇ ਉਹਨਾਂ ਦਾ ਵਿਊ ਚੇਂਜ ਕਰਤਾ। ਪ੍ਰੈਸ਼ਰ ਗਰੁੱਪਸ, ਹੁਣ ਇਹਨਾਂ ਦੀ ਵੀ ਮੈਂ ਐਗਜ਼ਾਮਪਲ ਦੇ ਨਾਲ ਸਮਝਾਉਣੀ ਆ। ਸਟੂਡੈਂਟ ਯੂਨੀਅਨ, ਸੋ ਯੂ ਨੋ ਅਬਾਊਟ ਦ ਰੀਸੈਂਟ ਪ੍ਰੋਟੈਸਟ, ਠੀਕ ਹੈ। ਸੋ ਜਿਹੜਾ ਜੰਤਰ ਮੰਤਰ 'ਤੇ ਪ੍ਰੋਟੈਸਟ ਹੋਇਆ ਸਟੂਡੈਂਟਸ ਵੱਲੋਂ, ਉਹਦੇ ਨਾਲ ਉਹਨਾਂ ਨੇ ਗੌਰਮੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਗੌਰਮੈਂਟ ਆਪਣੀ ਵਰਕਿੰਗ ਨਹੀਂ ਸਹੀ ਕਰ ਰਹੀ, ਸਾਡਾ ਮਿਨਿਸਟਰ ਨਹੀਂ ਸਹੀ, ਕਿਤੇ ਨਾ ਕਿਤੇ ਤੁਹਾਡਾ ਪੋਲੀਟੀਕਲ ਵਿਊ ਚੇਂਜ ਹੋਇਆ, ਆਫਕੋਰਸ ਹੋਇਆ। ਤੁਹਾਨੂੰ ਸਮਝ ਆਇਆ ਕਿ ਹੈ ਨਾ ਕਿਹੜੀ ਪਾਰਟੀ ਸਹੀ ਹੈ, ਕਿਹੜੀ ਨਹੀਂ ਸਹੀ ਹੈ,
ਸੋ ਇਸ ਤਰੀਕੇ ਨਾਲ ਤੁਹਾਡਾ ਪੋਲੀਟੀਕਲ ਵਿਊ ਪ੍ਰੈਸ਼ਰ ਗਰੁੱਪਸ ਦੇ ਹੈਲਪ ਨਾਲ ਚੇਂਜ ਹੋਇਆ। ਹੁਣ ਪ੍ਰੈਸ਼ਰ ਗਰੁੱਪਸ ਉਹ ਹੁੰਦੇ ਨੇ ਜਿਹੜੇ ਗਰੁੱਪ ਆਫ ਪੀਪਲ ਆਪਣੇ ਇੱਕ ਪਰਟੀਕੂਲਰ ਇੰਟਰਸਟ ਲਈ ਪ੍ਰੋਟੈਸਟ ਕਰਦੇ ਨੇ, ਗੌਰਮੈਂਟ ਅੱਗੇ ਉਹ ਵਿਊਜ਼ ਰੱਖਦੇ ਨੇ, ਜਿੱਦਾਂ ਟ੍ਰੇਡ ਯੂਨੀਅਨ, ਟੀਚਰ, ਸਟੂਡੈਂਟ, ਲੇਬਰ, ਟਰੱਕ ਯੂਨੀਅਨ, ਠੀਕ ਹੈ। ਪ੍ਰੈਸ ਕਿਵੇਂ ਇੱਕ ਰੋਲ ਅਦਾ ਕਰਦੀ ਹੈ? ਦੇਖੋ, ਪ੍ਰੈਸ ਦੇ ਥਰੂ ਤੁਹਾਨੂੰ ਜਿਹੜੀ ਪ੍ਰੈਸ ਦੇ ਵਿੱਚ ਆਪਾਂ ਨਿਊਜ਼ਪੇਪਰਸ ਨੂੰ ਇਨਕਲੂਡ ਕਰਾਂਗੇ, ਜਿਹੜੇ ਨਿਊਜ਼ ਚੈਨਲਸ ਉਹਨਾਂ ਨੂੰ ਇਨਕਲੂਡ ਕਰਾਂਗੇ, ਮੈਗਜ਼ੀਨਸ ਨੂੰ ਇਨਕਲੂਡ ਕਰਾਂਗੇ। ਦੇਖੋ ਉਹਦੇ ਵਿੱਚ ਪ੍ਰੈਸ ਜਿਹੜਾ ਕੀ ਕਰੇਗੀ, ਜਿਹੜੀ ਬੁੱਕਸ ਪਬਲਿਸ਼ ਹੁੰਦੀ ਹੈ ਸਭ ਕੁਝ ਉਹਦੇ ਵਿੱਚ ਆਪਾਂ ਇਨਕਲੂਡ ਕਰਾਂਗੇ। ਸੋ ਰਿਮੈਂਬਰ ਕਰੋ ਜਦੋਂ ਬ੍ਰਿਟਿਸ਼ ਦਾ ਰਿਵੋਲਟ ਹੋਇਆ ਸੀ, ਜਦੋਂ ਬ੍ਰਿਟਿਸ਼ ਆਈ ਸੀ ਇੰਡੀਆ ਦੇ ਵਿੱਚ, ਉਹਨਾਂ ਨੇ ਵਰਨਾਕੂਲਰ ਪ੍ਰੈਸ ਐਕਟ ਲਾਂਚ ਕੀਤਾ ਸੀ। ਉਹਦੇ ਵਿੱਚ ਕੀ ਸੀ? ਦੇਖੋ ਉਹਦੇ ਵਿੱਚ ਉਹਨੇ ਪ੍ਰੈਸ ਦੀ ਵਰਕਿੰਗ ਨੂੰ ਬੰਦ ਕੀਤਾ ਸੀ ਕਿ ਪ੍ਰੈਸ ਗੌਰਮੈਂਟ ਦੇ ਅਗੇਂਸਟ ਨਹੀਂ ਕੁਛ ਵੀ ਛਾਪੇਗੀ। ਕਿਉਂ? ਉਹਦੇ ਨਾਲ ਪੋਲੀਟੀਕਲ ਵਿਊਜ਼ ਚੇਂਜ ਹੁੰਦੇ ਨੇ, ਲੋਕਾਂ ਦੀ ਆਈਡੀਓਲੋਜੀ ਚੇਂਜ ਹੁੰਦੀ ਹੈ। ਦੇਖੋ ਜਿਹੜਾ ਪਰਸਨ ਨਿਊਜ਼ਪੇਪਰ ਪੜ੍ਹ ਰਿਹਾ ਹੈ, ਜੋ ਪੋਲੀਟਿਕਸ ਦੇ ਬਾਰੇ ਉਸ ਨਿਊਜ਼ਪੇਪਰ 'ਚ ਹੈਗਾ ਹੈ, ਉਹਦੇ ਡੇਲੀ ਬੇਸਿਸ 'ਤੇ ਵਿਊਜ਼ ਉਸ ਦੇ ਅਕੋਰਡਿੰਗ ਚੇਂਜ ਹੋ ਰਹੇ ਨੇ। ਸੋ ਇਸ ਤਰੀਕੇ ਨਾਲ ਕਾਮਨ ਰੀਡਰਸ ਦੇ ਵਿਊ ਪੁਆਇੰਟ ਚੇਂਜ ਹੋਏ। ਸੋ ਪ੍ਰੈਸ ਨੇ ਲੋਕਾਂ ਦੇ ਵਿਊਜ਼ ਨੂੰ ਫਾਰਮੂਲੇਟ ਕੀਤਾ। ਰੇਡੀਓ ਐਂਡ ਟੈਲੀਵਿਜ਼ਨ ਸੇਮ ਥਿੰਗ, ਜੇ ਡਿਬੇਟਸ ਡਿਸਕਸ਼ਨ। ਹੁਣ ਦੇਖੋ ਜਦੋਂ ਪੋਲੀਟੀਕਲ ਕੋਈ ਵੀ ਪ੍ਰੋਬਲਮ ਇਸ਼ੂ ਹੁੰਦਾ ਨਾ, ਤੇ ਤੁਸੀਂ ਵੇਖੋ BJP, ਕਾਂਗਰਸ, ਆਮ ਆਦਮੀ ਪਾਰਟੀ, ਡਿਫਰੈਂਟ ਪਾਰਟੀਜ਼ ਦੇ ਮੈਂਬਰਸ ਨੂੰ ਬਿਠਾਇਆ ਜਾਂਦਾ ਹੈ ਨਿਊਜ਼ ਚੈਨਲਸ ਦੇ ਵਿੱਚ, ਅਤੇ ਉਹਨਾਂ ਦੇ ਵਿੱਚ ਡਿਬੇਟ ਹੁੰਦੀ ਹੈ, ਡਿਸਕਸ਼ਨਸ ਹੁੰਦੀ ਨੇ। ਇਹਦੇ ਨਾਲ ਉਹ ਪੋਲੀਟੀਕਲ ਇਸ਼ੂਜ਼ 'ਤੇ ਗੱਲ ਕਰਦੇ ਨੇ, ਜਿਹਦੇ ਨਾਲ ਲੋਕਾਂ ਦੇ ਵਿਊ ਪੁਆਇੰਟਸ ਚੇਂਜ ਹੁੰਦੇ ਨੇ ਅਤੇ ਆਪਣੇ ਵਿਊਜ਼ ਰੱਖਦੇ ਨੇ। ਸੋ ਇਹਦੇ ਨਾਲ ਵੀ ਚੇਂਜ ਹੋਇਆ। ਸਿਨੇਮਾ ਮੈਂ ਤੁਹਾਨੂੰ ਸਮਝਾਤਾ ਕਿ ਜਿਹੜੇ ਵਿਊਜ਼ ਆਉਂਦੇ ਨੇ, ਜਿਹੜੇ ਵਿਊਜ਼ ਕਹਿ ਰਹੀ ਹਾਂ ਸੌਰੀ, ਜੋ ਪਿਕਚਰਸ ਆਉਂਦੀਆਂ ਨੇ ਉਹਦੇ ਵਿੱਚ ਜਿਹੜਾ ਪਬਲਿਕਲੀ ਜਿਹੜੇ ਗੱਲਾਂ ਹੁੰਦੀਆਂ ਨੇ, ਜੋ ਵੀ ਉਹ ਆਪਣੇ ਵਿਊ ਪੁਆਇੰਟਸ ਰੱਖਦੇ, ਪੋਲੀਟੀਕਲ ਈਵੈਂਟਸ ਹੁੰਦੇ ਨੇ, ਕੋਈ ਆਈਡੀਓਲੋਜੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਸੋ ਉਸ ਨਾਲ ਵੀ ਗੌਰਮੈਂਟ ਦੇ ਵਰਕਿੰਗ 'ਤੇ ਇਨਫਲੂਐਂਸ ਹੁੰਦਾ ਹੈ, ਅਤੇ ਫਿਰ ਪੋਲੀਟੀਕਲ ਆਈਡੀਓਲੋਜੀ ਲੋਕਾਂ ਦੀ ਚੇਂਜ ਹੁੰਦੀ ਨੇ। ਗੌਰਮੈਂਟ ਐਕਟੀਵਿਟੀਜ਼ ਵੀ ਕਹਿ ਲਓ। ਦੇਖੋ ਜੇ ਗੌਰਮੈਂਟ ਪੋਜ਼ੀਟਿਵ ਕੰਮ ਕਰਦੀ ਹੈ ਤਾਂ ਪੋਜ਼ੀਟਿਵ ਇਫੈਕਟ ਆ, ਜੇ ਨੈਗੇਟਿਵ ਕਰਦੀ ਹੈ ਨੈਗੇਟਿਵ ਹੈ, ਠੀਕ ਹੈ। ਸੋ ਇਸ ਤਰੀਕੇ ਨਾਲ ਵੀ ਓਪੀਨੀਅਨ ਚੇਂਜ ਹੋਇਆ। ਪੀਅਰ ਗਰੁੱਪਸ ਲੇਬਰਰਸ, ਟ੍ਰੇਡਰਸ, ਕਲੱਬਸ, ਡਾਕਟਰਸ, ਸਟੂਡੈਂਟਸ, ਡਿਫਰੈਂਟ ਗਰੁੱਪਸ ਹੁੰਦੇ ਨੇ, ਠੀਕ ਹੈ। ਅਤੇ ਉਹ ਜਿਹੜੇ ਆਪਣੇ ਵਿਊਜ਼ ਐਕਸਚੇਂਜ ਕਰਦੇ ਨੇ, ਡਿਸਕਸ਼ਨਸ ਕਰਦੇ ਨੇ, ਅਤੇ ਉਹ ਵੀ ਇੱਕ ਤਰੀਕੇ ਨਾਲ ਏਜੰਟਸ ਬਣ ਜਾਂਦੇ ਨੇ ਪੋਲੀਟੀਕਲ ਸੋਸ਼ਲਾਈਜੇਸ਼ਨ ਦੇ। ਜਿਹੜੇ ਜਿੱਦਾਂ ਆਪਾਂ ਕਹੀਏ ਨਾ ਐਸੋਸੀਏਸ਼ਨਸ ਬਣਾ ਕੇ ਔਨਲਾਈਨ ਵਿਊਜ਼ ਡਾਲਦੇ ਨੇ ਸੋਸ਼ਲ ਮੀਡੀਆ 'ਤੇ ਕਿ ਗੌਰਮੈਂਟ ਨੂੰ ਇੱਦਾਂ ਕਰਨਾ ਚਾਹੀਦਾ, ਦੈਟ ਇਜ਼ ਆਲਸੋ ਇਨਫਲੂਐਂਸਿੰਗ ਦਾ ਪੋਲੀਟੀਕਲ ਸੋਸ਼ਲਾਈਜੇਸ਼ਨ। ਸਿੰਬਲਸ ਦੇ ਵਿੱਚ ਵੀ ਦੇਖੋ, ਜਿਹੜੀ ਚੀਜ਼ ਮੈਂ ਕੱਟੀ ਹੋਈ ਹੈ, ਯੂ ਡੋਂਟ ਨੀਡ ਨੋਟ ਟੂ ਰਾਈਟ। ਪਹਿਲਾਂ ਤਾਂ ਬਹੁਤ 10 ਹੀ ਹੋ ਗਿਆ ਐਂਡ 8 ਨੰਬਰ ਦਾ ਕੁਐਸਚਨ ਹੁੰਦਾ ਹੈ, ਠੀਕ ਹੈ, ਅਤੇ ਉਹਦੇ ਵਿੱਚੋਂ ਵੀ 3 ਨੰਬਰ ਪੋਲੀਟੀਕਲ ਸੋਸ਼ਲਾਈਜੇਸ਼ਨ ਨੂੰ ਡਿਫਾਈਨ ਕਰਨ ਦੇ ਹੁੰਦੇ ਆ। ਸੋ ਤੁਸੀਂ 5 ਤੋਂ 6 ਲਿਖਣੇ ਹੁੰਦੇ ਏਜੰਟਸ, ਠੀਕ ਹੈ। ਸੋ ਸਿੰਬਲਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਡਿਫਰੈਂਟ ਜਦੋਂ ਸਿੰਬਲਸ ਦੇ ਨਾਲ ਆਪਣੇ ਆਈਡੀਓਲੋਜੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਉਹ ਵੀ ਇੱਕ ਏਜੰਡੇ ਦੇ ਥਰੂ। ਸੋ ਦੈਟ ਇਜ਼ ਆਲਸੋ ਪੋਲੀਟੀਕਲ ਸੋਸ਼ਲਾਈਜੇਸ਼ਨ। ਸਪੀਚਿਸ ਵਿੱਚ ਵੀ ਹੁੰਦਾ ਹੈ, ਠੀਕ ਹੈ। ਦੇਖੋ ਹਰ ਇੱਕ ਲੀਡਰ ਆਪਣੀ ਸਪੀਚ ਨੂੰ ਪ੍ਰਮੋਟ ਕਰਦਾ ਹੈ, ਠੀਕ ਹੈ। ਹਰ ਇੱਕ ਲੀਡਰ ਦੀ ਜਦੋਂ ਸਪੀਚ ਹੁੰਦੀ ਨਾ, ਉਹਦੇ ਵਿੱਚੋਂ ਉਹਦੀ ਜਿਹੜੀ ਪਾਰਟੀ ਹੈ ਨਾ, ਉਹ ਕਲਿੱਪਸ ਕੱਢ ਕੇ ਸੋਸ਼ਲ ਮੀਡੀਆ 'ਤੇ ਜੋ ਅੱਜ ਦੇ ਟਾਈਮ 'ਚ ਪੋਲੀਟੀਕਲ ਸੋਸ਼ਲਾਈਜੇਸ਼ਨ ਹੋ ਰਹੀ ਹੈ ਇਸ ਟੌਪਿਕ 'ਤੇ, ਉਹ ਇਸ ਤਰ੍ਹਾਂ ਹੋ ਰਹੀ ਹੈ, ਠੀਕ ਹੈ। ਪਹਿਲਾਂ ਰਾਈਟਿੰਗਸ ਨੂੰ ਪ੍ਰਮੋਟ ਕੀਤਾ ਜਾਂਦਾ ਸੀ। ਫਿਰ ਪਰਸਨਲ ਐਕਸਪੀਰੀਅੰਸ ਜਦੋਂ ਹੁੰਦੇ ਲੋਕਾਂ ਦੇ, ਠੀਕ ਹੈ, ਜਦੋਂ ਬੱਚਿਆਂ ਨੂੰ ਸਮਝਾਇਆ ਜਾਂਦਾ, ਜਾਂ ਤੁਸੀਂ ਇੱਕ ਨਿਊ ਸਿਚੁਏਸ਼ਨ ਨੂੰ ਫੇਸ ਕਰਦੇ ਹੋ ਜਿਹੜੀ ਪੋਲੀਟਿਕਸ ਨਾਲ ਰਿਲੇਟਡ ਹੋਵੇ, ਫਿਰ ਤੁਹਾਨੂੰ ਸਮਝ ਆਉਂਦਾ ਕਿ ਯੈਸ ਦਿਸ ਵਾਜ਼ ਰਾਈਟ, ਦਿਸ ਵਾਜ਼ ਰੋਂਗ। ਸੋ ਇਸ ਤਰ੍ਹਾਂ ਤੁਹਾਡੇ ਵਿਊਜ਼ ਚੇਂਜ ਹੋਏ। ਫਿਰ ਡੇ ਟੂ ਡੇ ਪੋਲੀਟਿਕਸ ਮਤਲਬ ਡੇਲੀ ਜੋ ਵੀ ਪੋਲੀਟਿਕਸ ਦੇ ਵਿੱਚ ਹੁੰਦਾ ਹੈ, ਠੀਕ ਹੈ, ਉਹਦੇ ਨਾਲ ਵੀ ਤੁਹਾਡੇ ਮਾਈਂਡ 'ਤੇ ਇਨਫਲੂਐਂਸ ਪੈਂਦਾ। ਕਨਕਲੂਜਨ 'ਚ ਸਭ ਕੁਝ ਸੇਮ ਤੁਸੀਂ ਲਿਖਣਾ ਹੈ, ਇਹ ਲਿਖਣਾ ਹੈ, ਮਰਜ਼ੀ ਤੁਹਾਡੀ ਹੈ। ਮਤਲਬ ਤੁਸੀਂ ਜੋ ਕਨਕਲੂਜਨ ਪਤਾ ਤੁਸੀਂ ਕੀ ਲਿਖਣਾ, ਜੋ ਤੁਸੀਂ ਪੁਆਇੰਟ ਸਮਝਾਏ ਨਾ, ਤੁਸੀਂ ਸੁਸਾਇਟੀ ਬਾਰੇ ਬੋਲਿਆ, ਫੈਮਿਲੀ ਬਾਰੇ ਬੋਲਿਆ, ਪੋਲੀਟੀਕਲ ਪਾਰਟੀਜ਼ ਬਾਰੇ, ਉਹਨਾਂ ਸਾਰੇ ਦੀ ਲਾਈਨ ਵਾਈਜ਼ ਲਿਖ ਕੇ ਲਿਖਦੇ ਨੇ। ਇਹਨਾਂ ਦੀ ਆਪਣੀ ਇੰਪੋਰਟੈਂਟ ਹੁੰਦੀ ਹੈ, ਅਤੇ ਬਟ ਇਹ ਸਾਨੂੰ ਇਹ ਲਿਖ ਕੇ ਕਿ ਇਹਨਾਂ ਦੀ ਆਪਣੀ ਇੰਪੋਰਟੈਂਟ ਹੈ। ਫਿਰ ਸੇਮ ਲਾਈਨ ਲਿਖ ਦਿਓ ਪੋਲੀਟੀਕਲ ਸੋਸ਼ਲਾਈਜੇਸ਼ਨ ਦੀ, ਚੇਂਜ ਕਰਕੇ ਥੋੜ੍ਹੀ ਜਿਹੀ ਕਿ ਇੱਕ ਇੰਡੀਵਿਜੂਅਲ ਜਿਹੜਾ ਵਾ ਇਹਨਾਂ ਚੀਜ਼ਾਂ ਤੋਂ ਹੀ ਆਪਣੇ ਆਈਡੀਆਜ਼ ਨੂੰ ਫਾਰਮੂਲੇਟ ਕਰਦਾ, ਠੀਕ ਹੈ। ਸੋ ਜੋ ਮੈਂ ਲਾਈਨ ਬੋਲ ਰਹੀ ਹਾਂ ਨਾ, ਤੁਸੀਂ ਲਿਖ ਲਓ ਸੋ ਦੈਟ ਤੁਹਾਨੂੰ ਚੇਤਾ ਨਾ ਭੁੱਲ ਜੇ। ਹੁਣ ਇੰਪੋਰਟੈਂਸ ਕੀ ਹੈ? ਇਨਲਾਈਟਮੈਂਟ ਅਮੰਗ ਦਾ ਪੀਪਲ। ਦੇਖੋ
ਪੋਲੀਟੀਕਲ ਸੋਸ਼ਲਾਈਜੇਸ਼ਨ ਨਾਲ ਤੁਹਾਨੂੰ ਪੋਲੀਟੀਕਲ ਪ੍ਰੋਬਲਮਸ ਬਾਰੇ ਪਤਾ ਲੱਗਦਾ ਹੈ, ਫਿਰ ਤੁਸੀਂ ਉਹਦੇ ਸੋਲਿਊਸ਼ਨਸ ਕੱਢਦੇ ਹੋ, ਪੋਲੀਟੀਕਲ ਐਡਜਸਟਮੈਂਟ ਕਰਦੇ ਹੋ, ਠੀਕ ਹੈ। ਸੋ ਇਨਲਾਈਟਮੈਂਟ ਹੋ ਗਿਆ, ਨੌਲੇਜ ਆ ਗਈ ਲੋਕਾਂ ਵਾਂਗ। ਫਿਰ ਐਫੀਸ਼ੀਐਂਸੀ ਵਰਕਿੰਗ ਆਫ ਪੋਲੀਟੀਕਲ ਸਿਸਟਮ, ਤੁਸੀਂ ਦੇਖਦੇ ਹੋ ਪੋਲੀਟੀਕਲ ਪਾਰਟੀ ਕੰਮ ਕਰ ਰਹੀ ਹੈ ਨਹੀਂ ਕਰ ਰਹੀ, ਜਿੱਦਾਂ ਆਪੋਜੀਸ਼ਨ ਪਾਰਟੀ ਉਹਨੂੰ ਕ੍ਰਿਟੀਸਾਈਜ਼ ਕਰਦੀ ਹੈ, ਇਹਦੇ ਨਾਲ ਵੀ ਤੁਹਾਨੂੰ ਸਮਝ ਆਉਂਦਾ ਹੈ ਕਿ ਪੋਲੀਟੀਕਲ ਸਿਸਟਮ ਸਾਡਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕਿ ਨਹੀਂ, ਜੇ ਤੁਸੀਂ ਐਕਟਿਵ ਪਾਰਟ ਲੈਂਦੇ ਹੋ, ਸੁਣਦੇ ਹੋ ਪੋਲੀਟੀਕਲ ਚੀਜ਼ਾਂ ਬਾਰੇ। ਦੇਖੋ ਲੈਗਿਟੀਮੇਸੀ ਹੁੰਦਾ ਹੈ ਕਿ ਵਰਕਿੰਗ ਵਧੀਆ ਕਰਦੇ ਨਹੀਂ, ਠੀਕ ਹੈ। ਪੋਲੀਟੀਕਲ ਸਿਸਟਮ ਤਦੇ ਸਕਸੈਸਫੁਲ ਹੁੰਦਾ ਜੇ ਲੋਕੀ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ, ਠੀਕ ਹੈ। ਸੋ ਜਦੋਂ ਲੋਕਾਂ ਇਨਫਲੂਐਂਸ ਹੁੰਦੇ ਨੇ ਡਿਫਰੈਂਟ ਏਜੰਟਸ ਦੇ ਥਰੂ, ਸੋ ਉਹਨਾਂ ਦੇ ਵਿਊਜ਼ ਚੇਂਜ ਹੁੰਦੇ ਨੇ ਅਤੇ ਆਪਣੀ ਗੱਲਾਂ ਰੱਖਣੀਆਂ, ਉਹ ਆਪਣੇ ਐਟੀਟਿਊਡਸ ਨੂੰ ਸ਼ੋਅ ਕਰਦੇ ਨੇ, ਜਿਹਦੇ ਨਾਲ ਪੀਪਲ ਟੂ ਪੀਪਲ, ਸੋਸਾਇਟੀ ਟੂ ਸੋਸਾਇਟੀ ਸੋਸ਼ਲਾਈਜੇਸ਼ਨ ਹੁੰਦੀ ਹੈ, ਠੀਕ ਹੈ। ਸੋ ਹੈਲਪਫੁਲ ਇਨਫੋਰਮੇਸ਼ਨ ਆਫ ਪੋਲੀਟੀਕਲ ਕਲਚਰ, ਮਤਲਬ ਕਿ ਪੋਲੀਟੀਕਲ ਕਲਚਰ ਕਿੱਦਾਂ, ਦੇਖੋ ਤੁਸੀਂ ਇੱਕ ਕੰਟਰੀ 'ਚੋਂ ਦੂਜੀ 'ਚ ਗਏ, ਇੱਕ ਸਟੇਟ 'ਚੋਂ ਦੂਜੀ 'ਚ ਗਏ, ਉਸ 'ਚ ਤੁਸੀਂ ਆਪਣੇ ਪੋਲੀਟੀਕਲ ਵਿਊ ਐਕਸਚੇਂਜ ਕੀਤੇ, ਪੋਲੀਟੀਕਲ ਕਲਚਰ ਐਕਸਚੇਂਜ ਹੋਇਆ, ਰਾਈਟ। ਫਿਰ ਨੌਲੇਜ ਅਬਾਊਟ ਪੋਲੀਟੀਕਲ ਮੈਟਰਸ, ਸੋਸ਼ਲ ਮੀਡੀਆ ਰਾਈਟ ਨਾਓ ਆਪਾਂ ਬੁੱਕਸ ਵੀ ਲੈ ਸਕਦੇ ਹਾਂ, ਦੈਟ ਇਜ਼ ਦਾ ਵੇ, ਟੈਕਨੋਲੋਜੀ ਇਜ਼ ਦਾ ਵੇ, ਸਿਨੇਮਾ ਇਜ਼ ਦਾ ਵੇ, ਜਿਹਦੇ ਨਾਲ ਅੱਜ ਕੱਲ੍ਹ ਦੇ ਪੋਲੀਟਿਕਸ ਸਾਨੂੰ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ, ਠੀਕ ਹੈ। ਸੋ ਹੈਲਪਫੁਲ ਮੇਨਟੇਨਿੰਗ ਕਲਚਰ, ਉਹ ਤਾਂ ਸਾਨੂੰ ਪਤਾ ਲੱਗ ਹੀ ਗਿਆ। ਨੈਕਸਟ ਪੋਲੀਟੀਕਲ ਸਿਸਟਮ ਅਤੇ ਸੋਸ਼ਲ ਸਿਸਟਮ ਦੇ ਵਿੱਚ ਲਿੰਕ ਆ। ਦੇਖੋ ਪੋਲੀਟੀਕਲ ਸੋਸ਼ਲਾਈਜੇਸ਼ਨ ਆ ਤੁਹਾਨੂੰ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਐਕਟਿਵ ਬਣਾਉਂਦਾ ਹੈ, ਠੀਕ ਹੈ। ਸੋ ਇਹਦੇ ਨਾਲ ਸਿਸਟਮ ਨੂੰ ਸਟੇਬਿਲਿਟੀ ਮਿਲਦੀ ਹੈ। ਦੇਖੋ ਜਦੋਂ ਤੁਹਾਨੂੰ ਪੋਲੀਟਿਕਸ ਬਾਰੇ ਪਤਾ ਲੱਗਦਾ ਜਾਂਦਾ, ਤੁਸੀਂ ਉਹਨੂੰ ਸਿਸਟਮ ਨੂੰ ਹੇਟ ਕਰਨ ਦੀ ਬਜਾਏ ਤੁਸੀਂ ਆਪਣੇ ਆਪ ਉਸ ਸਿਸਟਮ ਨੂੰ ਸਹੀ ਕਰਨ ਦੇ ਨਾਲ ਉਸ ਸਿਸਟਮ ਦੇ ਨਾਲ ਐਡਜਸਟ ਹੋਣਾ ਸਿੱਖਦੇ ਹੋ, ਠੀਕ ਹੈ। ਸੋ ਹੇਟ ਦੇ ਜਗ੍ਹਾ ਤੁਸੀਂ ਉਹ ਸਿਸਟਮ ਸਟੇਬਲ ਹੁੰਦਾ ਕਿਉਂਕਿ ਤੁਸੀਂ ਆਪਣੇ ਵਿਊਜ਼ ਚੇਂਜ ਕਰ ਰਹੇ ਹੋ। ਵਿਊਜ਼ ਚੇਂਜ ਕਰਨਾ ਮਤਲਬ ਤੁਸੀਂ ਆਪਣੀ ਡਿਮਾਂਡਸ ਅੱਗੇ ਰੱਖ ਰਹੇ ਹੋ, ਵੀ ਵਾਂਟ ਦਿਸ, ਵੀ ਵਾਂਟ ਦੈਟ, ਠੀਕ ਹੈ। ਉਹਦੇ ਨਾਲ ਸਟੇਬਿਲਿਟੀ ਹੁੰਦੀ ਹੈ, ਠੀਕ ਹੈ। ਲਾਸਟ ਕਨਕਲੂਜਨ ਸੇਮ ਲਾਈਨ ਲਿਖਣੀ ਹੈ ਕਿ ਇੱਥੋਂ ਅਸੀਂ ਆਹ ਕਨਕਲੂਡ ਕਰਦੇ ਕਿ ਜਿਹੜੀ ਪੋਲੀਟਿਕਸ ਹੈ ਇੱਕ ਕੰਟਰੀ ਦੀ, ਠੀਕ ਹੈ, ਉਹਨੂੰ ਪ੍ਰੋਪਰਲੀ ਅੰਡਰਸਟੈਂਡ ਕਰਨ ਵਾਸਤੇ ਸਾਨੂੰ ਪੋਲੀਟੀਕਲ ਸੋਸ਼ਲਾਈਜੇਸ਼ਨ ਦੇ ਪ੍ਰੋਸੈਸ ਦਾ ਪਤਾ ਹੋਣਾ ਚਾਹੀਦਾ ਕਿਵੇਂ ਹੁੰਦਾ ਹੈ, ਠੀਕ ਹੈ। ਸੋ ਦੇਖੋ ਕੁਐਸਚਨ ਮੈਂ ਜਿਹੜਾ ਇੰਪੋਰਟੈਂਟ ਤੁਹਾਨੂੰ ਦੱਸ ਰਹੀ ਹਾਂ ਨਾ, ਜੋ ਪਿਛਲੀ ਵਾਰ ਆਇਆ ਸੀ ਉਹ ਸੇਮ ਹੈ ਜੋ ਮੈਂ ਤੁਹਾਨੂੰ ਅੱਗੇ ਸਮਝਾਇਆ, ਦਿਸ ਵਨ ਥਰਡ, ਇਹ 8 ਨੰਬਰਸ 'ਚ ਆਇਆ ਸੀ, ਠੀਕ ਹੈ। ਬਹੁਤ 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 ਜ਼ਰੂਰੀ ਹੈ। ਬਾਕੀ ਆਈ ਹੋਪ ਤੁਹਾਨੂੰ ਸਾਰੇ ਚੈਪਟਰ ਸਮਝ ਆ ਗਏ ਹੋਊਗਾ। ਜਿੱਥੇ ਵੀ ਡਾਊਟ ਹੋਵੇ ਨਾ ਜਸਟ ਕਮੈਂਟ, ਉਸੇ ਟਾਈਮ ਤੁਹਾਨੂੰ ਆਨਸਰ ਆਉਂਦਾ, ਠੀਕ ਹੈ। ਸੋ ਸਟੇ ਟਿਊਨਡ ਫॉर द ਨੈਕਸਟ ਪਾਰਟ ਆਫ ਦੀ ਸੀਰੀਜ਼। ਸੋ ਜਿਹੜਾ ਵੀ ਕਮੈਂਟ ਹੋਵੇ ਕਮੈਂਟ ਡਾਊਨ ਬਿਲੋ, ਐਂਡ ਨੈਕਸਟ ਵੀਡੀਓ ਚੈਪਟਰ 3 ਤੇ ਆਏਗੀ, ਡੈਟ ਇਜ਼ ਪੋਲੀਟੀਕਲ ਕਲਚਰ। ਤੁਹਾਨੂੰ ਕਲਚਰ ਬਾਰੇ ਵੀ ਪਤਾ ਲੱਗ ਜਾਏਗਾ। ਐਂਡ ਸ਼ੇਅਰ ਦਿਸ ਵੀਡੀਓ ਮੋਰ ਐਂਡ ਮੋਰ ਟੂ ਯੂਰ ਫਰੈਂਡਸ ਸੋ ਦੈਟ ਜਿਹੜਾ ਇੰਗਲਿਸ਼ ਮੀਡੀਅਮ 'ਚ ਚੈਪਟਰ ਐਕਸਪਲੇਨੇਸ਼ਨ ਆ ਉਹ ਤੁਹਾਡੇ ਫਰੈਂਡਸ ਤੱਕ ਰੀਚ ਹੋਵੇ। ਐਂਡ ਥੈਂਕਸ ਫॉर ਸਪੋਰਟਿੰਗ, ਥੈਂਕਸ ਫॉर ਵਾਚਿੰਗ, ਸਟੇ ਟਿਊਨਡ, ਥੈਂਕ ਯੂ ਸੋ ਮਚ।